ਜੇ ਸਰਕਾਰ ਤੇ ਸਾਡੇ ਮੀਡੀਆ ਆਊਟਲੈਟਸ ਇਸ ਪੱਖੋਂ ਸੁਚੇਤ ਹੋਣ ਕਿ ਸਾਡੇ ਕਿਸਾਨਾਂ ਨੂੰ, ਭਾਰਤ ਭਰ ਦੇ ਕਿਸਾਨਾਂ ਨੂੰ ਬਿਲਕੁਲ ਸਹੀ ਮੌਸਮ ਦੀ ਜਾਣਕਾਰੀ ਦਿੱਤੀ ਜਾਵੇ ਤਾਂ ਇੱਥੇ ਲੱਖਾਂ ਕਰੋੜਾਂ ਅਰਬਾਂ ਦਾ ਬਚਾਅ ਹੋ ਸਕਦਾ ਹੈ। ਸਹੀ ਤੇ ਬਿਲਕੁਲ ਸਹੀ ਜਾਣਕਾਰੀ ਦੇ ਵਿੱਚ ਵੀ ਫਰਕ ਹੈ, ਪਰ ਇੱਥੇ ਗਲਤ ਤੇ ਸਹੀ ਜਾਣਕਾਰੀ ਦੀ ਗੱਲ ਹੈ। ਮਹੀਨੇ ਤਪਦੇ ਨੇ, ਖਾਡਰਾ ਲੱਗਾ ਹੈ ਜਾਂ ਸੋਕਾ ਹੈ ਜਾਂ ਔੜ ਹੈ, ਉਹ ਨਜ਼ਰ ਨਹੀਂ ਆਇਆ। ਪਰਤਾਂ ਜਿਹੜੀਆਂ ਹਨ ਪਾਣੀ ਦੀਆਂ ਜ਼ਮੀਨ ਦੇ ਵਿੱਚੋਂ ਖਤਮ ਹੁੰਦੀਆਂ ਜਾ ਰਹੀਆਂ ਨੇ। ਕਿਸਾਨ ਵੀ ਕਿੱਧਰ ਨੂੰ ਜਾਵੇਗਾ, ਕਿਸਾਨ ਕਿਹੜੀ ਫਸਲ ਬੀਜੇਗਾ ਤੇ ਕਿਵੇਂ ਇੰਨਾ ਡੂੰਘਾ ਪਾਣੀ ਜ਼ਮੀਨ ਚੋਂ ਕੱਢ ਕੇ ਫਸਲਾਂ ਆਪਣੀਆਂ ਪਾਲਣ ਦਾ ਯਤਨ ਕਰੇਗਾ। ਜੀ, ਇਸ ਬਾਰੇ ਸਾਡੀਆਂ ਸਰਕਾਰਾਂ ਵੀ ਸੁੱਤੀਆਂ ਪਈਆਂ ਨੇ। ਜਿਹੜੇ ਲੋਕ ਬਾਹਰੋਂ ਲਿਆਉਣੇ ਨੇ ਉਹਨਾਂ ਨੂੰ ਤੇ ਡਾਕੂਮੈਂਟ ਤੁਸੀਂ ਬਣਾ ਕੇ ਦੇਣੇ ਨੇ। ਜਿਹੜੇ ਆਪਣੇ ਮੁਲਕ 'ਚ ਰਹਿ ਰਹੇ ਨੇ ਤੇ ਉਹਨਾਂ ਦਾ ਕੋਈ ਮੁਜਰਮਾਨਾ, ਕੋਈ ਇਸ ਤਰ੍ਹਾਂ ਦਾ ਰਿਕਾਰਡ ਨਹੀਂ ਹੈ ਤੇ ਉਹਨਾਂ ਨੂੰ ਤੁਸੀਂ ਕਹੋਗੇ ਭਾਈ ਤੁਸੀਂ ਹੁਣ ਇੱਥੋਂ ਜਾਓ। ਜਿਹਦੇ ਕੋਲ ਕੋਈ ਡਾਕੂਮੈਂਟ ਨਹੀਂ ਉਹਨੂੰ ਤੁਸੀਂ ਕੱਢੋਗੇ ਵੀ ਕਿੱਥੇ? ਭਾਰਤ ਦੇ ਵਿੱਚ ਟੀਕੇ ਲਾਉਣ ਦੀ ਰਫ਼ਤਾਰ ਜਿੰਨੀ ਕੁ ਵੀ ਬਣੀ ਹੈ, ਪੰਜਾਬ ਦੇ ਪਿੰਡਾਂ ਵਿੱਚ ਵੀ ਥਾਂ-ਥਾਂ ਜਾ ਕੇ ਲੱਗ ਰਹੇ ਨੇ। ਉਸ ਨਾਲ ਫਾਇਦਾ ਹੋ ਰਿਹਾ ਹੈ। ਰਫ਼ਤਾਰ ਕਰੋਨਾ ਦੀ ਘਟੀ ਹੈ। ਦੁਨੀਆ ਭਰ ਦੇ ਵਿੱਚ ਲੋਕ ਇਹ ਕਹਿ ਰਹੇ ਨੇ ਕਿ ਦੂਸਰਾ ਵੇਰੀਐਂਟ ਆਇਆ ਤੇ ਤੀਸਰਾ ਵੀ ਆਵੇਗਾ। ਪੰਜਾਬ ਦੀ ਜਿਹੜੀ ਸੱਤਾਧਾਰੀ ਧਿਰ ਆ ਕਾਂਗਰਸ, ਉਹਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਫੁੱਟ ਪਈ ਹੋਈ। ਮੁੱਦਿਆਂ ਨੂੰ ਉਠਾਉਣ ਦਾ ਮਸਲਾ ਤੇ ਮੁੱਦਿਆਂ ਨੂੰ ਉਠਾਉਣ ਦਾ ਸਮਾਂ ਤੇ ਮੁੱਦਿਆਂ ਤੋਂ ਜਸਟੀਫਾਈ ਹੋਣ ਦਾ ਮਸਲਾ ਸਿਰਫ ਅਹੁਦੇ ਲੈਣ ਤੱਕ ਰਹਿ ਗਿਆ। ਇਹ ਸੋਸ਼ਲ ਮੀਡੀਆ ਦੇ ਥਰੂ ਇੱਕ ਖਾਸ ਕਿਸਮ ਦਾ ਇਨਵੈਸਟੀਗੇਟਿਵ ਸਿਸਟਮ ਜੋ ਚੱਲ ਪਿਆ ਹੈ, ਅਨਫਿਲਟਰਡ, ਅਨਕੰਟਰੋਲਡ ਇਨਫੋਰਮੇਸ਼ਨ ਜਿਹੜੀ ਹੈ ਲੋਕਾਂ ਤੱਕ ਪਹੁੰਚਾ ਦਿੱਤੀ ਜਾਂਦੀ ਹੈ ਤੇ ਮਿੰਟਾਂ ਵਿੱਚ ਅੱਗ, ਜੰਗਲ ਦੀ ਅੱਗ ਵਾਂਗ ਫੈਲ ਜਾਂਦੀ ਹੈ। ਭਾਰਤ ਸਰਕਾਰ ਜਿਹੜੀ ਹੈ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਆਪਣੇ ਤਰੀਕੇ ਨਾਲ ਚਲਾਉਣਾ ਚਾਹ ਰਹੀ ਹੈ। ਸਵਾਗਤ ਹੈ ਸਭ ਦਰਸ਼ਕਾਂ ਦਾ। ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੀਵੀ ਤੇ ਪ੍ਰੋਗਰਾਮ ਹੈ ਵਿਚਾਰ ਚਰਚਾ। ਜਿਵੇਂ ਤੁਸੀਂ ਜਾਣਦੇ ਹੋ, ਇਸ ਪ੍ਰੋਗਰਾਮ ਵਿੱਚ ਅਸੀਂ ਅਕਸਰ ਆਲੇ ਦੁਆਲੇ ਹੋ ਰਹੀਆਂ ਘਟਨਾਵਾਂ, ਚਾਹੇ ਉਹ ਰਾਜਨੀਤੀ ਦੀਆਂ ਹੋਣ, ਸਮਾਜ ਦੀਆਂ ਹੋਣ, ਚਾਹੇ ਇਕਨੋਮੀ ਦੀਆਂ ਹੋਣ, ਉਹਨਾਂ 'ਤੇ ਚਰਚਾ ਕਰਦੇ ਰਹਿੰਦੇ ਹਾਂ। ਅੱਜ ਦੀ ਵਿਚਾਰ ਚਰਚਾ ਦੇ ਵਿੱਚ ਕੀ ਚਰਚਾ ਕਰਾਂਗੇ, ਇਸ ਤੋਂ ਪਹਿਲਾਂ ਅਸੀਂ ਦੱਸ ਦਈਏ ਕਿ ਸਾਡੇ ਨਾਲ ਅੱਜ ਸ਼ਾਮਿਲ ਨੇ ਸਰਦਾਰ ਕੁਲਦੀਪ ਸਿੰਘ ਜੀ ਹੀਰ। ਪਹਿਲਾਂ ਆਪਾਂ ਇਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਹੀਰ ਸਾਹਿਬ। ਸਤਿ ਸ਼੍ਰੀ ਅਕਾਲ ਅਮਰਿਤ ਜੀ। ਕੀ ਹਾਲ ਚਾਲ ਜੀ? ਬਹੁਤ ਵਧੀਆ। ਪਹਿਲਾਂ ਤੁਸੀਂ ਦੱਸੋ ਕਿ ਮੌਸਮ ਵਿੱਚ ਇੰਨੀਆਂ ਤਬਦੀਲੀਆਂ ਤੁਸੀਂ ਕਰੀ ਜਾਂਦੇ ਆ, ਨਾ ਮਈ ਗਰਮ ਰਿਹਾ ਤੇ ਨਾ ਹੁਣ ਜੂਨ ਗਰਮ ਰਿਹਾ, ਤੇ ਮੌਨਸੂਨ ਕਦੀ ਕਹਿੰਦੇ ਆ ਪਹਿਲਾਂ ਆ ਗਈਆਂ ਤੇ ਕਦੀ ਕਹਿੰਦੇ ਆ ਵੈਸਟਰਨ ਡਿਸਟਰਬੈਂਸਿਸ ਆ। ਇਹ ਮੌਸਮ ਦਾ ਕੀ ਰੌਲਾ ਜੀ? ਮੌਸਮ ਦੇ ਵਿੱਚ ਅਗਰ ਮੈਂ ਬਾਹਰਲੇ ਪੱਛਮੀ ਮੁਲਕਾਂ ਦੇ ਨਾਲ ਜਾਂ ਵਿਕਸਿਤ ਮੁਲਕਾਂ ਦੇ ਨਾਲ ਜਦੋਂ ਮੌਸਮ ਦੇ ਹਾਲ ਦੀ ਗੱਲ ਕਰਾਂ, ਕੰਪੈਰੀਜ਼ਨ ਦੀ ਜੀ, ਤੇ ਉੱਥੇ ਹੁਣ ਸਾਡੇ ਬਹੁਤੇ ਦਰਸ਼ਕ ਬਾਹਰਲੇ ਦੇਸ਼ਾਂ ਵਿੱਚ ਵੀ ਹਨ। ਬਿਲਕੁਲ ਜੀ। ਕੈਨੇਡਾ ਤੇ USA ਦੇ ਵਿੱਚ ਜਿੱਥੋਂ ਤੱਕ ਦਾ ਮੈਨੂੰ ਪਤਾ ਹੈ ਕਿ ਇੱਕ ਪਲੇਟਫਾਰਮ ਦੇ ਉੱਪਰ 6-6, 7-7 ਵੈਦਰ ਦੱਸਣ ਵਾਲੇ ਚੈਨਲ ਜਿਹੜੇ ਨੇ ਹੁੰਦੇ ਨੇ ਜੀ। 2-3 ਡੈਡੀਕੇਟਿਡ ਚੈਨਲ ਨੇ ਜਿਹੜੇ ਹਰ ਵੇਲੇ ਵੈਦਰ ਦੀ ਗੱਲ ਕਰਦੇ ਨੇ। ਬਿਲਕੁਲ। ਤੇ ਉਹਨਾਂ ਨੇ ਸਾਡੇ ਤੇ ਇੱਥੇ 80% 90% ਕਹਿੰਦੇ ਕਿਸਾਨ ਨੇ ਜੀ। ਤੇ ਉੱਥੇ ਸੜਕਾਂ ਦਾ ਹਾਲ ਵੀ ਦੱਸਿਆ ਜਾਂਦਾ, ਸਭ ਕੁਝ ਦੱਸਿਆ ਜਾਂਦਾ ਕਿ ਪਹਾੜਾਂ ਨੂੰ ਜਾਣਾ ਤੇ ਤੁਸੀਂ ਉੱਥੇ ਆਹ ਬਰਫ਼ਬਾਰੀ ਹੋ ਰਹੀ ਹੈ ਜੀ। ਜੇ ਆਇਆ ਹਰ ਚੈਨਲ ਤੇ, ਹਰ ਖਬਰਾਂ ਦੇ ਚੈਨਲ ਦੇ ਉੱਪਰ ਵੀ ਜਿਹੜਾ ਹੈ ਵੈਦਰ ਜਿਹੜਾ ਹੈ ਉਹਦੀ ਡਿਟੇਲਡ ਰਿਪੋਰਟ ਹੈ ਉਹ ਦਿੱਤੀ ਜਾਂਦੀ ਹੈ ਜੀ। ਸਾਡੇ ਵੀ ਰਿਵਾਜ ਹੋਇਆ ਕਰਦਾ ਸੀ ਕਿ ਜਦੋਂ ਦੂਰਦਰਸ਼ਨ ਤੋਂ ਖਬਰਾਂ ਆਇਆ ਕਰਦੀਆਂ ਸਨ ਤੇ ਅਖੀਰ ਦੇ ਵਿੱਚ ਮੌਸਮ ਦਾ ਹਾਲ ਜਿਹੜਾ ਸੀ ਉਹ ਦੱਸਿਆ ਜਾਂਦਾ ਸੀ, ਭਾਵੇਂ ਕਿ ਉਹ ਤਾਪਮਾਨ ਦੱਸ ਕੇ ਸਾਰ ਦਿੱਤਾ ਜਾਂਦਾ ਜਾਂ ਥੋੜ੍ਹੀ ਬਹੁਤੀ ਇੱਕ ਸੈਟੇਲਾਈਟ ਦੀ ਤਸਵੀਰ ਜਿਹੜੀ ਹੈ ਬਣਾ ਦਿੱਤੀ ਜਾਂਦੀ ਸੀ ਜੀ। ਪਰ ਮੈਂ ਇਹ ਸਮਝਦਾ ਕਿ ਸਹੀ ਤੇ ਬਿਲਕੁਲ ਸਹੀ ਜਾਣਕਾਰੀ ਦੇ ਵਿੱਚ ਵੀ ਫਰਕ ਹੈ, ਪਰ ਇੱਥੇ ਗਲਤ ਤੇ ਸਹੀ ਜਾਣਕਾਰੀ ਦੀ ਗੱਲ ਹੈ ਜੀ। ਜੇ ਸਰਕਾਰ ਤੇ ਸਾਡੇ ਮੀਡੀਆ ਆਊਟਲੈਟਸ ਇਸ ਪੱਖੋਂ ਸੁਚੇਤ ਹੋਣ ਕਿ ਸਾਡੇ ਕਿਸਾਨਾਂ ਨੂੰ, ਭਾਰਤ ਭਰ ਦੇ ਕਿਸਾਨਾਂ ਨੂੰ ਬਿਲਕੁਲ ਸਹੀ ਮੌਸਮ ਦੀ ਜਾਣਕਾਰੀ ਦਿੱਤੀ ਜਾਵੇ ਤਾਂ ਇੱਥੇ ਲੱਖਾਂ ਕਰੋੜਾਂ ਅਰਬਾਂ ਦਾ ਬਚਾਅ ਹੋ ਸਕਦਾ ਹੈ, ਉਹਨਾਂ ਦੀ ਬਚਤ ਹੋ ਸਕਦੀ ਹੈ। ਪਰ ਇਸ ਗੱਲ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਜੀ। ਮੌਨਸੂਨ ਦੇ ਬਾਰੇ ਕਿਆਸ ਰਹੀਆਂ ਪਿਛਲੇ 2-3 ਸਾਲਾਂ ਦੇ ਵਿੱਚ ਗਲਤ ਸਾਬਤ ਹੋਈਆਂ ਨੇ। ਬਿਲਕੁਲ, ਕਿਤੇ ਕੁਝ ਹੋ ਜਾਂਦਾ, ਕਿਤੇ ਕੁਝ ਹੋ ਜਾਂਦਾ ਹੈ ਤੇ ਪ੍ਰਾਈਵੇਟ ਤੌਰ ਤੇ ਲੋਕ ਜਿਹੜੇ ਨੇ ਮੌਸਮ ਦੀਆਂ ਕਿਆਸਰਾਈਆਂ ਲਾਉਣ ਲੱਗ ਪਏ ਨੇ। ਬਾਹਰਲੇ ਵੈਦਰ ਸਟੇਸ਼ਨ ਜਿਹੜੇ ਨੇ ਉਹ ਰਡਾਰ ਦੇ ਉੱਪਰੋਂ ਲੈ ਕੇ ਫਿਰ ਜਿਹੜੇ ਏਅਰਫੋਰਸ ਦੇ ਸਟੇਸ਼ਨ ਨੇ ਜਾਂ ਜਿੱਥੇ ਏਅਰਪੋਰਟਾਂ ਹਨ ਉੱਥੇ ਦੀ ਰੀਡਿੰਗ ਲੈ ਕੇ ਉਹ ਮੌਸਮ ਦਾ ਹਾਲ ਜਿਹੜਾ ਲੋਕਾਂ ਤੱਕ ਪਹੁੰਚਾਉਣ ਦਾ ਯਤਨ ਕਰਦੀਆਂ ਨੇ। ਪਰ ਆਮ ਲੋਕ ਕਈ ਵਾਰੀ ਉਸ ਨੂੰ ਇਸ ਤਰ੍ਹਾਂ ਸਮਝ ਲੈਂਦੇ ਕਿ ਪਤਾ ਨਹੀਂ ਸਾਡੇ ਪਿੰਡ ਦਾ ਮੌਸਮ ਦਾ ਹਾਲ ਵੀ ਦੱਸਿਆ ਜਾ ਰਿਹਾ। ਬਿਲਕੁਲ, ਜਦਕਿ ਫੋਨ ਜਿਹੜਾ ਹੈ ਉਹ ਲੋਕੇਸ਼ਨ ਦੱਸ ਰਿਹਾ ਹੁੰਦਾ ਜੀ। ਸੋ ਤੁਸੀਂ ਮੌਸਮ ਦੀ ਗੱਲ ਕੀਤੀ ਹੈ ਕਿ ਤਬਦੀਲੀਆਂ ਹੋ ਰਹੀਆਂ ਨੇ ਪੰਜਾਬ ਦੇ ਵਿੱਚ। ਇਸ ਵਾਰੀ ਗਰਮੀ ਮੈਂ ਬਾਹਰ ਬੈਠਿਆਂ ਨੂੰ ਦੱਸ ਦੇਵਾਂ ਕਿ ਪਈ ਹੈ, ਪਰ ਉਨੀ ਜ਼ਿਆਦਾ ਨਹੀਂ ਜਿੰਨੀ ਆਮ ਤੌਰ ਤੇ ਜੂਨ ਦੇ ਮਹੀਨੇ ਦੇ ਵਿੱਚ ਹਾੜ ਮਹੀਨਾ ਸ਼ੁਰੂ ਹੋ ਚੁੱਕਾ ਹੈ ਜੀ।
ਔਰ ਇੰਨੀ ਜ਼ਿਆਦਾ ਗਰਮੀ ਅਜੇ ਤੱਕ ਨਹੀਂ ਪਈ, ਕੁਝ ਦਿਨ ਲੱਗੇ ਨੇ, ਪਰ ਫਿਰ ਵੀ ਜਿਹੜਾ ਮੌਸਮ ਦੇ ਵਿੱਚ ਥੋੜਾ ਜਿਹਾ ਇਹ ਨਮੀ ਜਿਹੜੀ ਉਹ ਆ ਗਈ ਹੈ ਜੀ। ਤੇ ਮੌਨਸੂਨ ਵੀ ਦੱਸਿਆ ਜਾ ਰਿਹਾ ਕਿ ਛੇਤੀ ਪਹੁੰਚ ਰਹੀ ਹੈ ਤੇ ਦਿੱਲੀ ਤੱਕ ਜਿਹੜੀ ਆ ਹੋ ਸਕਦਾ ਪਹੁੰਚ ਵੀ ਗਈ ਹੋਵੇ। ਜਿਹਨੂੰ ਅਸੀਂ ਕਹਿੰਦੇ ਆ ਕਿ ਮਹੀਨੇ ਤਪਦੇ ਨੇ, ਖਾਡਰਾ ਲੱਗਾ ਹੈ ਜਾਂ ਸੋਕਾ ਹੈ ਜਾਂ ਔੜ ਹੈ, ਉਹ ਨਜ਼ਰ ਨਹੀਂ ਆਇਆ ਇਸ ਵਾਰ। ਸੋਕਾ ਦੀ ਤੇ ਗੱਲ ਇਹ ਹੈ ਜੀ ਕਿ ਸੋਕਾ ਪੈਣ ਦੀਆਂ ਤੇ ਕਾਲ ਦੀਆਂ ਨਿਸ਼ਾਨੀਆਂ ਨਜ਼ਰ ਆ ਰਹੀਆਂ ਨੇ ਜੀ। ਜਿਵੇਂ ਧਰਤੀ ਹੇਠਲਾ ਪਾਣੀ ਬੇਰਦਰਦੀ ਨਾਲ ਵਰਤ ਹੋ ਰਿਹਾ ਜੀ ਤੇ ਅੱਗੇ ਵਾਂਗ ਬਰਸਾਤਾਂ ਲੱਗਦੀਆਂ ਨਹੀਂ, ਤੇ ਇਹ ਬਹੁਤ ਮਾੜੀ ਹਾਲਤ ਹੈ। ਪਰਤਾਂ ਜਿਹੜੀਆਂ ਹਨ ਪਾਣੀ ਦੀਆਂ ਜ਼ਮੀਨ ਦੇ ਵਿੱਚੋਂ ਖਤਮ ਹੁੰਦੀਆਂ ਜਾ ਰਹੀਆਂ ਨੇ, ਬਹੁਤ ਚਿੰਤਾ ਵਾਲਾ ਵਿਸ਼ਾ ਹੈ ਜੀ। ਔਰ ਕਿਸਾਨ ਵੀ ਕਿੱਧਰ ਨੂੰ ਜਾਵੇਗਾ, ਕਿਸਾਨ ਕਿਹੜੀ ਫਸਲ ਬੀਜੇਗਾ ਤੇ ਕਿਵੇਂ ਇੰਨਾ ਡੂੰਘਾ ਪਾਣੀ ਜ਼ਮੀਨ ਚੋਂ ਕੱਢ ਕੇ ਫਸਲਾਂ ਆਪਣੀਆਂ ਪਾਲਣ ਦਾ ਯਤਨ ਕਰੇਗਾ। ਜੀ। ਇਸ ਬਾਰੇ ਸਾਡੀਆਂ ਸਰਕਾਰਾਂ ਵੀ ਸੁੱਤੀਆਂ ਪਈਆਂ ਨੇ। ਕੋਈ ਮਾੜੀ ਮੋਟੀ ਗੱਲ ਹੈ, NGT ਵਰਗੇ ਕੁਝ ਅਦਾਰੇ ਹਨ ਜਿਹੜੇ ਖਾਨਾ ਪੂਰਤੀ ਦੇ ਤੌਰ ਤੇ ਬਣਾਏ ਗਏ ਨੇ ਤੇ ਉਹ ਮਾੜੀ ਮੋਟੀ ਗੱਲ ਕਰ ਰਹੇ ਨੇ, ਇਸ ਤੋਂ ਜ਼ਿਆਦਾ ਕੁਝ ਨਹੀਂ। ਇਸ ਤੋਂ ਜ਼ਿਆਦਾ ਕੁਝ ਨਹੀਂ। ਜੇ ਅਸੀਂ ਅੱਜ ਦੇ ਪ੍ਰੋਗਰਾਮ ਦੀ ਗੱਲ ਕਰੀਏ, ਤੁਸੀਂ ਕਿਹਾ ਕਿ ਕਿਸਾਨ ਵਿਚਾਰਾ ਕੀ ਕਰੇਗਾ, ਇੱਥੇ ਆਮ ਲੋਕ ਵੀ ਕੀ ਕਰਨਗੇ ਜਦੋਂ ਸਰਕਾਰ ਦਾ ਸਾਰਾ ਧਿਆਨ ਤੁਹਾਨੂੰ ਰਾਸ਼ਟਰਵਾਦ ਪੜ੍ਹਾਉਣ ਤੇ ਲੱਗਾ ਹੋਵੇ। ਜੀ। ਤੇ ਦਿੱਲੀ ਹਾਈ ਕੋਰਟ ਨੇ ਇੱਕ ਫੈਸਲਾ ਦਿੱਤਾ, ਬੀਤੇ ਸਾਲ ਇੱਕ ਦੰਗੇ ਹੋਏ ਸੀ ਤੇ ਉਹਦੇ ਵਿੱਚ ਕੁਝ ਸਟੂਡੈਂਟਸ ਉਹਨਾਂ ਨੇ ਫੜੇ ਸੀ। ਉਹ ਫੈਸਲੇ ਦੇ ਵਿੱਚ ਦਿੱਲੀ ਹਾਈ ਕੋਰਟ ਕੀ ਕਹਿ ਰਹੀ ਹੈ ਜੀ? ਉਹ ਜਿਹੜੇ ਦੰਗੇ ਹੋਏ ਸੀ ਉਹਨਾਂ ਨੂੰ ਦੰਗਿਆਂ ਦਾ ਨਾਮ ਦੇ ਦਿੱਤਾ ਗਿਆ। ਮੁਜ਼ਾਹਰੇ ਹੋ ਰਹੇ ਸੀ ਦੇਸ਼ ਭਰ ਦੇ ਵਿੱਚ ਸਰਕਾਰ ਦੇ ਕਹਿਣ ਮੁਤਾਬਕ CAA ਤੇ NRC ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਤੇ ਨੈਸ਼ਨਲ ਰਜਿਸਟਰ ਆਫ ਸਿਟੀਜ਼ਨਸ਼ਿਪ। ਹੁਣ ਇਸ ਦੇ ਵਿੱਚ ਬੜਾ ਵਿਵਾਦਪੂਰਨ ਇਹ ਆਪਣੇ ਆਪ ਦੇ ਵਿੱਚ ਫੈਸਲੇ ਸੀ ਜੀ। ਗੱਲ ਇਹ ਕੀਤੀ ਗਈ ਕਿ ਜਿਹੜੇ ਦੂਸਰੇ ਸਾਡੇ ਗਵਾਂਢੀ ਮੁਲਕਾਂ ਦੇ ਵਿੱਚ, ਖਾਸ ਤੌਰ ਤੇ ਪਾਕਿਸਤਾਨ ਦੇ ਵਿੱਚ, ਅਫਗਾਨਿਸਤਾਨ ਦੇ ਵਿੱਚ ਜਾਂ ਬੰਗਲਾਦੇਸ਼ ਦੇ ਵਿੱਚ ਜਿਹੜੇ ਮਾਈਨੋਰਟੀਜ਼ ਉੱਥੇ ਹਨ, ਜਿਨ੍ਹਾਂ ਵਿੱਚ ਹਿੰਦੂ ਹਨ, ਬੋਧੀ ਹਨ, ਈਸਾਈ ਹਨ, ਸਿੱਖ ਹਨ, ਜੇ ਉਹਨਾਂ ਨੂੰ ਭਾਰਤ ਵਿੱਚ ਲੈਂਦਾ ਜਾਵੇ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦੇ ਤਹਿਤ, ਤੇ ਉਹਨਾਂ ਨੂੰ ਇੱਥੇ ਰਿਫਿਊਜ ਦਿੱਤੀ ਜਾਵੇਗੀ। ਇੱਥੇ ਦੇ ਡਾਕੂਮੈਂਟ ਜਿਹੜੇ ਨੇ ਦਿੱਤੇ ਜਾਣਗੇ, ਇੱਥੇ ਦੇ ਪੱਕੇ ਰਿਹਾਇਸ਼ੀ ਬਣਾ ਕੇ ਉਹਨਾਂ ਨੂੰ ਉੱਥੇ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਇਹ ਐਜ਼ ਏ ਮਾਈਨੋਰਟੀ ਝੱਲਣਾ ਪੈਂਦਾ ਹੈ, ਉਹਦੇ ਬਦਲੇ ਉਹਨਾਂ ਨੂੰ ਭਾਰਤ ਵਿੱਚ ਪੱਕੀ ਰਿਹਾਇਸ਼ ਜਿਹੜੀ ਹੈ ਬਣਾ ਕੇ ਸਰਕਾਰ ਦੇਵੇਗੀ। ਜੀ। ਹੁਣ ਜ਼ਾਹਿਰਾ ਤੌਰ ਤੇ ਇਹ ਜਿਹੜੇ ਮੁਲਕਾਂ ਦੇ ਨਾਮ ਸਰਕਾਰ ਨੇ ਜਿਹੜੇ ਪ੍ਰਸਤਾਵਿਤ ਕੀਤੇ ਉਹ ਮੁਸਲਿਮ ਮੁਲਕ ਸਨ। ਆਮ ਤੌਰ ਤੇ ਉੱਥੇ ਮੁਸਲਿਮ ਲੋਕ ਰਹਿੰਦੇ ਨੇ, ਮੁਸਲਮਾਨ ਆਬਾਦੀ ਹੈ, ਤੇ ਦੂਸਰੇ ਧਰਮ ਜਿਹੜੇ ਇਹਨਾਂ ਤੋਂ ਇਲਾਵਾ ਨੇ ਮਾਈਨੋਰਟੀ ਦੇ ਵਿੱਚ, ਉਹਨਾਂ ਨੂੰ ਇੱਥੇ ਲਿਆਉਣ ਦੀ ਗੱਲ ਕੀਤੀ ਗਈ ਕਿ ਉਹਨਾਂ ਨੂੰ ਅਸੀਂ ਸਾਂਭਾਂਗੇ। ਕਰੋੜਾਂ ਦੀ ਆਬਾਦੀ ਚੋਂ ਲੋਕ ਨੇ ਜੀ। ਤੇ ਨਾਲ NRC ਬਣਾ ਦਿੱਤਾ ਗਿਆ। NRC ਦੇ ਵਿੱਚ ਇਹ ਕੀਤਾ ਗਿਆ ਕਿ ਜਿਹੜੇ ਲੋਕ ਭਾਰਤ ਵਿੱਚ ਇੱਥੇ ਆ ਕੇ ਟਿਕੇ ਹੋਏ ਨੇ ਜਾਂ ਉਹ ਕਿਤੇ ਵੀ ਜਿਹੜੇ ਸੀ ਕਿਸੇ ਕਾਰਨ ਕਰਕੇ ਭਾਰਤ ਵਿੱਚ ਰਿਫਿਊਜੀ ਬਣ ਕੇ ਆ ਗਏ ਨੇ ਤੇ ਉਹਨਾਂ ਕੋਲ ਕੋਈ ਡਾਕੂਮੈਂਟ ਨਹੀਂ ਹੈ, ਉਹਨਾਂ ਦੇ ਡਾਕੂਮੈਂਟ ਚੈੱਕ ਕਰੋ, ਜੇ ਨਹੀਂ ਆਉਂਦੇ ਕਿਸੇ ਪਾਸਿਓਂ ਹਿਸਾਬ ਵਿੱਚ ਤੇ ਉਹਨਾਂ ਨੂੰ ਬਾਹਰ ਕੱਢ ਦਿਓ ਜੀ। ਇਹ ਬੜੀ ਅਜੀਬੋ-ਗਰੀਬ ਸੀ ਆਪਣੇ ਆਪ ਦੇ ਗੱਲ ਵਿੱਚ ਕਿ ਜਿਹੜੇ ਲੋਕ ਬਾਹਰੋਂ ਲਿਆਉਣੇ ਨੇ ਉਹਨਾਂ ਨੂੰ ਤੇ ਡਾਕੂਮੈਂਟ ਤੁਸੀਂ ਬਣਾ ਕੇ ਦੇਣੇ ਨੇ, ਜਿਹੜੇ ਆਪਣੇ ਮੁਲਕ 'ਚ ਰਹਿ ਰਹੇ ਨੇ ਤੇ ਉਹਨਾਂ ਦਾ ਕੋਈ ਮੁਜਰਮਾਨਾ, ਕੋਈ ਇਸ ਤਰ੍ਹਾਂ ਦਾ ਰਿਕਾਰਡ ਨਹੀਂ ਹੈ, ਤੇ ਉਹਨਾਂ ਨੂੰ ਤੁਸੀਂ ਕਹੋਗੇ ਭਾਈ ਤੁਸੀਂ ਹੁਣ ਇੱਥੋਂ ਜਾਓ ਜੀ। ਉਹ ਤਾਂ ਕਿਉਂਕਿ ਤੁਹਾਡੇ ਕੋਲ ਕੋਈ ਡਾਕੂਮੈਂਟ ਨਹੀਂ ਹੈ। ਜਿਹਦੇ ਕੋਲ ਕੋਈ ਡਾਕੂਮੈਂਟ ਨਹੀਂ ਉਹਨੂੰ ਤੁਸੀਂ ਕੱਢੋਗੇ ਵੀ ਕਿੱਥੇ? ਦੂਸਰੀ ਗੱਲ ਇਹੋ ਕਿ ਇਹਦੇ ਖਿਲਾਫ ਫਿਰ ਦੇਸ਼ ਭਰ ਦੇ ਵਿੱਚ ਮੁਜ਼ਾਹਰੇ ਹੋਏ। ਅਸਾਮ ਦੇ ਵਿੱਚ ਵੀ, ਦਿੱਲੀ ਦੇ ਵਿੱਚ ਕੁਝ ਖਾਸ ਕਿਸਮ ਦੇ ਮੋਰਚੇ ਲੱਗੇ, ਸ਼ਾਹੀਨ ਬਾਗ ਮੋਰਚਾ ਜਾਂ ਹੋਰ, ਉਸਨੂੰ ਕਈ ਨਾਮ ਦੇ ਦਿੱਤੇ ਗਏ। ਉਸ ਦੇ ਤਹਿਤ 2 ਵਿਦਿਆਰਥਣਾਂ ਜਿਹੜੀਆਂ ਸਨ ਉਹ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੀਆਂ ਤੇ ਇੱਕ ਜਾਮੀਆ ਮਿਲੀਆ ਇਸਲਾਮੀਆ ਦਾ ਇੱਕ ਵਿਦਿਆਰਥੀ, ਇਹਨਾਂ ਤਿੰਨਾਂ ਨੂੰ UAPA ਐਕਟ ਦੇ ਤਹਿਤ ਜਿਹੜਾ ਹੈ ਉਹ ਗ੍ਰਿਫਤਾਰ ਕੀਤਾ ਗਿਆ। UAPA ਹੈ ਅਨਲੌਫੁਲ ਐਕਟੀਵਿਟੀਜ਼ ਪ੍ਰੀਵੈਂਸ਼ਨ ਐਕਟ ਜੀ, ਜਿਸ ਦੇ ਤਹਿਤ ਇਸ ਇੱਕ ਕਿਸਮ ਦਾ ਜੋ ਕਾਂਗਰਸ ਸਰਕਾਰ ਵੇਲੇ ਟਾਟਾ ਵਰਗਾ ਕਾਨੂੰਨ ਆਇਆ ਸੀ, ਟੈਰਰਿਸਟ ਐਂਡ ਡਿਸਰਪਟਿਵ ਐਕਟੀਵਿਟੀਜ਼, ਉਸ ਦੇ ਤਹਿਤ ਸੰਜੇ ਦੱਤ ਵੀ ਜਿਸ ਦੇ ਤਹਿਤ ਗ੍ਰਿਫਤਾਰ ਹੋਇਆ ਸੀ, ਹੋਰ ਬਹੁਤ ਸਾਰੇ ਲੋਕ ਗ੍ਰਿਫਤਾਰ ਹੋਏ। ਇਹਨਾਂ ਕਾਨੂੰਨਾਂ ਦੇ ਤਹਿਤ ਸੱਜੇ ਕਿਤੇ ਜ਼ਮਾਨਤ ਨਹੀਂ ਹੁੰਦੀ ਜੀ। ਤੇ ਹੁਣ ਇਹ 2 ਲੜਕੀਆਂ ਤੇ ਇਸ ਲੜਕੇ ਨੂੰ ਇਹਨਾਂ ਨੂੰ ਜ਼ਮਾਨਤ ਦਿੱਤੀ ਹੈ ਦਿੱਲੀ ਹਾਈ ਕੋਰਟ ਨੇ। ਨਾਲ ਉਹਨਾਂ ਨੇ ਕੁਝ ਖਾਸ ਗੱਲਾਂ ਜਿਹੜੀਆਂ ਨੇ ਕੀਤੀਆਂ ਨੇ ਜੀ। ਉਹਨਾਂ ਨੇ ਕਿਹਾ ਕਿ ਇਸ ਕਾਨੂੰਨ ਦੇ ਤਹਿਤ ਸਰਕਾਰ ਜਿਹੜੀ ਹੈ ਇਸ ਗੱਲ ਦੇ ਵਿੱਚ ਡਿਫਰੈਂਸ਼ੀਏਟ ਕਰਨ ਤੋਂ ਉਹ ਸਫਲ ਨਹੀਂ ਹੋ ਸਕੀ ਕਿ ਅੱਤਵਾਦ ਤੇ ਰੋਸ ਪ੍ਰਦਰਸ਼ਨ ਜਾਂ ਧਰਨੇ ਜਾਂ ਆਪਣੇ ਸੰਵਿਧਾਨਕ ਹੱਕਾਂ ਦੀ ਵਰਤੋਂ ਕਰਦੇ ਹੋਏ ਕਿਵੇਂ ਇਸ ਦੇ ਵਿੱਚ ਅਸੀਂ ਜਿਹੜਾ ਹੈ ਆਪਣੇ ਮੰਗਾਂ ਰੱਖਣੀਆਂ ਨੇ, ਉਹਨਾਂ ਦੇ ਵਿਚਕਾਰਲੀ ਲੀਕ ਜਿਹੜੀ ਹੈ ਧੁੰਦਲੀ ਪੈ ਗਈ ਹੈ ਤੇ ਸਰਕਾਰ ਜਿਹੜੀ ਹੈ ਇਸ ਦੇ ਨਾਲ ਇਸ ਐਕਟ ਨੂੰ ਸਹੀ ਤਰੀਕੇ ਨਾਲ ਲਾਗੂ ਕਰਨ ਦੇ ਵਿੱਚ ਫੇਲ ਸਾਬਤ ਹੋਈ ਜਾਪਦੀ ਹੈ ਜੀ। ਨਾਲ ਉਹਨਾਂ ਨੇ ਇਹ ਵੀ ਗੱਲ ਆਖੀ ਹੈ ਕਿ ਇਹ UAPA ਜਿਹੜਾ ਐਕਟ ਹੈ ਇਸ ਦੇ ਤਹਿਤ ਅੱਤਵਾਦ ਦੀ ਜਿਹੜੀ ਪਰਿਭਾਸ਼ਾ ਕਲੀਅਰ ਨਹੀਂ ਹੈ ਬਿਲਕੁਲ, ਤੇ ਇਸ ਦੇ ਨਾਲ ਜੋ ਸਹੀ ਲੋਕ ਅੱਤਵਾਦ ਦੀ ਕੈਟਾਗਰੀ ਦੇ ਵਿੱਚ ਆਉਂਦੇ ਨੇ ਜਾਂ ਆ ਸਕਦੇ ਨੇ ਉਹਨਾਂ ਬਾਰੇ ਵੀ ਸ਼ਸ਼ੋਪੰਜ ਪੈਦਾ ਹੋ ਸਕਦੀ ਹੈ, ਜਿਸ ਨਾਲ ਦੇਸ਼ ਦਾ ਉਲਟਾ ਨੁਕਸਾਨ ਹੋ ਸਕਦਾ ਹੈ। ਸੋ ਅਦਾਲਤ ਨੇ ਇੰਨੀ ਗੱਲ ਆਖੀ ਹੈ ਤੇ ਜਿਹੜੀ ਉਹਨਾਂ ਨੇ ਜ਼ਮਾਨਤ ਵੀ ਦੇ ਦਿੱਤੀ ਇਹਨਾਂ ਨੂੰ, ਤੇ ਸਰਕਾਰ ਨੂੰ ਇੱਕ ਕਿਸਮ ਦਾ ਮੋੜਵਾਂ ਜਵਾਬ ਦਿੱਤਾ ਹੈ। ਸਰਕਾਰ ਇਸ ਪ੍ਰਤੀ ਚੁੱਪ ਰਹਿੰਦੀ ਹੈ ਜਾਂ ਕੀ ਕਰਦੀ ਹੈ, ਜਾਂ UAPA ਨੂੰ ਇਸੇ ਤਰ੍ਹਾਂ ਅੱਗੇ ਜਾਣ ਦਿੰਦੀ ਹੈ,
ਜਾਂ ਉਸ ਦੇ ਵਿੱਚ ਕੋਈ ਕਾਨੂੰਨੀ ਤੌਰ ਤੇ ਬਦਲਾਅ ਜਾਂ ਮੱਦ ਦੇ ਵਿੱਚ ਕੋਈ ਸੋਧ ਸੁਧਾਰ ਲਿਆਉਂਦੀ ਹੈ। ਹਾਲਾਂਕਿ ਇਸ ਦੀ ਸੰਭਾਵਨਾ ਲੱਗਦੀ ਨਹੀਂ। ਜੀ ਭਾਰਤੀ ਜਨਤਾ ਪਾਰਟੀ ਦੇ ਕੰਮਕਾਜ ਨੂੰ ਤੇ ਉਹਨਾਂ ਦੀ ਕੇਂਦਰ ਸਰਕਾਰ ਦੇ ਕੰਮਕਾਜ ਨੂੰ, ਅਮਿਤ ਸ਼ਾਹ ਤੇ ਮੋਦੀ ਦੇ ਕੰਮਕਾਜ ਕਰਨ ਦੇ ਤਰੀਕਿਆਂ ਨੂੰ ਵੇਖਦੇ ਹੋਏ, ਪਰ ਅਦਾਲਤ ਵੱਲੋਂ ਅਜਿਹਾ ਆਖ ਦੇਣਾ ਆਪਣੇ ਆਪ ਦੇ ਵਿੱਚ ਮੈਂ ਸਮਝਦਾ ਕਿ ਸਰਕਾਰ ਵਾਸਤੇ ਇੱਕ ਧੱਕਾ ਜਿਹੜਾ ਉਹਨਾਂ ਨੂੰ ਲੱਗਾ। ਬਹੁਤ ਵਾਰ ਅਸੀਂ ਦੇਖਦੇ ਹਾਂ ਕਿ ਅਦਾਲਤਾਂ ਹੀ ਸਾਨੂੰ ਬਹੁਤ ਸਾਰੀਆਂ ਗੱਲਾਂ ਸਿਖਾਉਂਦੀਆਂ ਨੇ ਜਾਂ ਸਾਨੂੰ ਬਹੁਤ ਸਾਰੀਆਂ ਗੱਲਾਂ ਸਮਝਾਉਂਦੀਆਂ ਨੇ। ਲੋਕਤੰਤਰੀ ਤਰੀਕੇ ਨਾਲ ਚੁਣੀਆਂ ਹੋਈਆਂ ਸਰਕਾਰਾਂ ਵੀ ਲੋਕਤੰਤਰੀ ਤਰੀਕੇ ਨਾਲ ਕੰਮ ਨਹੀਂ ਕਰਦੀਆਂ। ਉਹਨਾਂ ਦਾ ਜਿਹੜਾ ਸਾਰਾ ਧਿਆਨ ਆ ਉਹ ਸ਼ਾਸਨ ਨੂੰ ਕੰਟਰੋਲ ਕਰਨ ਤੇ ਦੇਸ਼ ਦੇ ਉੱਤੇ ਆਪਣਾ ਦਬਦਬਾ ਬਣਾਉਣ ਤੇ ਹੀ ਬਣਿਆ ਰਹਿੰਦਾ। ਬਿਲਕੁਲ। ਜੇ ਇਸ ਤੋਂ ਅਗਲੀ ਗੱਲ ਅਸੀਂ ਕਰੀਏ ਤੇ ਬੰਗਾਲ ਦੇ ਵਿੱਚ ਇਲੈਕਸ਼ਨ ਹੋ ਕੇ ਹਟੀਆਂ ਤੇ ਉੱਥੇ ਇੱਕ ਬਹੁਤ ਵੱਡੇ ਬਾਲੀਵੁੱਡ ਦੇ ਐਕਟਰ ਸੀ, ਉਹ ਕੋਬਰਾ ਬਣ ਕੇ ਸਾਹਮਣੇ ਆਏ ਸੀ। ਕੋਬਰਾ ਤੇ ਉਹਨਾਂ ਦਾ ਜਿਹੜਾ ਰੁਤਬਾ ਉਹਨਾਂ ਨੇ ਬਣਾਇਆ ਸੀ ਉਹ ਚੱਲ ਗਿਆ ਸ਼ਾਇਦ, ਕਿਉਂਕਿ ਸੱਪ ਨੂੰ ਬਹੁਤੇ ਲੋਕ ਪਸੰਦ ਨਹੀਂ ਕਰਦੇ ਤੇ ਉਹਨਾਂ ਨੂੰ ਵੀ ਕਿਸੇ ਨੇ ਪਸੰਦ ਨਹੀਂ ਕੀਤਾ ਤੇ ਉਹਨਾਂ ਦੇ ਕਹੇ ਅਨੁਸਾਰ ਵੋਟਾਂ ਵੀ ਨਹੀਂ ਪਈਆਂ। ਤੇ ਹੁਣ ਉਹਨਾਂ ਦੀ ਕੀ ਘਟਨਾ ਚੱਲ ਰਹੀ ਹੈ ਜੀ? ਮਿਥੁਨ ਚੱਕਰਵਰਤੀ ਦੀ ਤੁਸੀਂ ਗੱਲ ਕੀਤੀ ਹੈ ਜੀ ਅਮਰਿਤ ਜੀ, ਜਿਹੜੀ ਮੈਂ ਪਹਿਲੀ ਗੱਲ ਕਰ ਰਿਹਾ ਸਾਂ, ਤੁਸੀਂ ਵੀ ਇਸ ਗੱਲ ਨਾਲ ਸਹਿਮਤ ਹੋਵੋਗੇ ਜੀ ਕਿ ਸਰਕਾਰਾਂ ਜਿਹੜੀਆਂ ਹੈ ਕਿਤੇ ਵੀ ਹੈ, ਜਿਹੜੀਆਂ ਸਰਕਾਰੀ ਏਜੰਸੀਆਂ ਹੁੰਦੀਆਂ ਨੇ ਲਾਅ ਐਂਡ ਆਰਡਰ ਦੇ ਵਾਸਤੇ ਜਾਂ ਹੋਰ ਜਿਹੜਾ ਸਰਕਾਰੀ ਤੰਤਰ ਹੁੰਦਾ ਹੈ, ਉਸ ਨੂੰ ਆਪਣੇ ਤਰੀਕੇ ਨਾਲ ਚਲਾਉਣ ਵਾਸਤੇ, ਵਰਤਣ ਵਾਸਤੇ ਤੇ ਉਸ ਨੂੰ ਅੰਦਰੂਨੀ ਬਜਾਏ ਇਸ ਦੇ ਕਿ ਉਸ ਨੂੰ ਅੰਦਰੂਨੀ ਸੁਰੱਖਿਆ ਦਾ ਜਾਂ ਦੇਸ਼ ਦੀ ਬਿਹਤਰੀ ਵਾਸਤੇ ਜਾਂ ਬਾਹਰੀ ਸੁਰੱਖਿਆ ਵਾਸਤੇ ਜਾਂ ਐਕਸਟਰਨਲ ਅਫੇਅਰਸ ਲਈ ਵਰਤਿਆ ਜਾਵੇ, ਉਸ ਨੂੰ ਆਪਣੇ ਲੋਕਾਂ ਤੇ ਹੀ ਦਬਾਅ ਪਾਉਣ ਲਈ ਜਿਹੜਾ ਵਰਤ ਰਹੀਆਂ ਨੇ। ਇਹ ਤੁਹਾਡੀ ਗੱਲ ਬਿਲਕੁਲ ਸਹੀ ਹੈ ਤੇ ਇਹ ਇਸ ਸਮੇਂ ਦੀ ਸਰਕਾਰ ਦੀ ਗੱਲ ਨਹੀਂ ਹੈ, ਸਾਰੀਆਂ ਸਰਕਾਰਾਂ ਇਦਾਂ ਹੀ ਕਰਦੀਆਂ ਲਗਭਗ। ਬਿਲਕੁਲ ਇਹੋ ਹੀ ਗੱਲ ਹੈ ਜੀ। ਇਹ ਮੈਂ ਪਹਿਲਾਂ ਕੇਂਦਰ ਸਰਕਾਰ ਦੀ ਗੱਲ ਕੀਤੀ ਸੀ ਤੇ ਬੀਬੀ ਮਮਤਾ ਬੈਨਰਜੀ ਵੀ ਪਿੱਛੇ ਨਹੀਂ ਹੈ। ਬਿਲਕੁਲ, ਉਹਨਾਂ ਨੇ ਵੀ ਤੀਸਰੀ ਵਾਰੀ ਜਿੱਤ ਪ੍ਰਾਪਤ ਕੀਤੀ ਹੈ ਤੇ ਉਹ ਭਾਵੇਂ ਬੀਜੇਪੀ ਦੇ ਨਾਲ ਅੜੀ ਦੇ ਵਿੱਚ ਹੀ ਇਹ ਕੰਮ ਕਰਦੇ ਹੋਣ, ਪਰ ਬੀਬੀ ਜੀ ਨੇ ਹੁਣ ਉੱਥੇ ਮਿਠੁਨ ਚੱਕਰਵਰਤੀ ਨੂੰ ਅੰਦਰ ਵਾੜ ਲਿਆ। ਕਲਕੱਤਾ ਪੁਲਿਸ ਨੇ ਉਹਨਾਂ ਤੋਂ ਪੁੱਛਗਿੱਛ ਕੀਤੀ ਹੈ, ਭਾਵੇਂ ਵਰਚੁਅਲੀ ਪੁੱਛਗਿੱਛ ਹੋਈ ਹੈ। ਉਹਨਾਂ ਦੇ ਖਿਲਾਫ ਚੋਣ ਹਿੰਸਾ ਭੜਕਾਉਣ ਦੇ ਦੋਸ਼ ਦਾ ਇੱਕ ਦੋਸ਼ ਤਹਿਤ FIR ਦਰਜ ਹੋਈ ਸੀ ਜੀ, ਜਿਸ ਦੇ ਤਹਿਤ ਮਿਥੁਨ ਚੱਕਰਵਰਤੀ ਨੂੰ ਜਿਹੜਾ ਹੈ ਪੁਲਿਸ ਨੇ ਸ਼ਿਕੰਜੇ ਦੇ ਵਿੱਚ ਲਿਆ ਹੋਇਆ ਸੀ ਤੇ ਉਹਨਾਂ ਨੇ ਅਦਾਲਤ ਵਿੱਚ ਅਰਜੀ ਪਾਤੀ ਕਿ ਮੈਨੂੰ ਖਾਮਖਾ ਫਸਾਇਆ ਜਾ ਰਿਹਾ ਤੇ ਜਿਹੜੀ FIR ਇਸ ਨੂੰ ਖਾਰਜ ਕੀਤਾ ਜਾਵੇ। ਅਦਾਲਤ ਨੇ ਉਹ ਖਾਰਜ ਤਾਂ ਨਹੀਂ ਕੀਤੀ, ਪਰ ਅਦਾਲਤ ਨੇ ਇੰਨਾ ਜ਼ਰੂਰ ਆਖ ਦਿੱਤਾ ਕਿ ਤੁਸੀਂ ਇੱਕ ਵਾਰੀ ਉਸ ਦੀ ਜਾਂਚ ਵਿੱਚ ਸਹਿਯੋਗ ਕਰੋ ਤੇ ਤੁਸੀਂ ਭਾਵੇਂ ਵਰਚੁਅਲ ਹਿੱਸਾ ਲਓ ਤੇ ਜਿਵੇਂ ਵੀ ਮਰਜ਼ੀ ਕਰੋ, ਪੁਲਿਸ ਜੋ ਤੁਹਾਡੇ ਕੋਲ ਪੁੱਛਣਾ ਚਾਹੁੰਦੀ ਉਸ ਦਾ ਜਵਾਬ ਇੱਕ ਵਾਰੀ ਦੇ ਦਿਓ ਤੇ ਫਿਰ ਬਾਅਦ ਵਿੱਚ ਅਸੀਂ ਅਗਲੀ ਗੱਲ ਕਰਾਂਗੇ ਜੀ। ਸੋ ਇਸ ਮਾਮਲੇ ਦੇ ਵਿੱਚ ਮਿਠੁਨ ਚੱਕਰਵਰਤੀ ਨੂੰ ਕਲਕੱਤਾ ਪੁਲਿਸ ਨੇ ਜਿਹੜਾ ਆਪਣੇ ਸ਼ਿਕੰਜੇ ਵਿੱਚ ਲਿਆ ਹੋਇਆ ਤੇ ਉਹ ਜਿਹੜਾ ਕੋਬਰਾ ਵਾਲਾ ਡੰਗ ਆ ਜਿਹੜਾ ਉਹਨਾਂ ਦਾ ਅਜੇ ਤੱਕ ਨਜ਼ਰ ਨਹੀਂ ਆਇਆ। ਸ਼ਾਇਦ ਅਦਾਲਤ ਉਹਨਾਂ ਦੀ ਜਾਨ ਖਲਾਸੀ ਕਰ ਦੇਵੇ ਆਉਣ ਵਾਲੇ ਦਿਨਾਂ 'ਚ, ਪਰ ਅਜੇ ਉਹ ਜਾਂਚ ਵਿੱਚ ਫਸੇ ਹੋਏ ਨੇ। ਜੀ, ਸਰਕਾਰਾਂ ਦਾ ਰਾਸ਼ਟਰਵਾਦ ਤੇ ਲੋਕਾਂ ਦੀ ਨਿੱਜੀ ਜ਼ਿੰਦਗੀ ਤੇ ਉਹਨਾਂ ਦੇ ਵਿਚਾਰ ਦੇ ਪ੍ਰਗਟਾਵੇ ਦੀ ਆਜ਼ਾਦੀ ਦਾ ਮਸਲਾ ਵੀ ਚੱਲਦਾ ਹੀ ਰਹੇਗਾ। ਇਸ ਪ੍ਰੋਗਰਾਮ ਦੇ ਅਗਲੇ ਹਿੱਸੇ ਵਿੱਚ ਕਰਦੇ ਹਾਂ ਕੁਝ ਹੋਰ ਗੱਲਾਂ ਇੱਕ ਬ੍ਰੇਕ ਤੋਂ ਬਾਅਦ। ਸਵਾਗਤ ਹੈ ਜੀ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ। ਕੁਲਦੀਪ ਜੀ, ਅਸੀਂ ਗੱਲ ਕਰਦੇ ਸੀਗੇ ਭਾਰਤ ਦੇ ਵਿੱਚ ਜੋ ਕੁਝ ਹੋ ਰਿਹਾ, ਚਾਹੇ ਉਹ ਸਟੇਟ ਸਰਕਾਰਾਂ ਕਰ ਰਹੀਆਂ ਤੇ ਚਾਹੇ ਉਹ ਸੈਂਟਰ ਦੀ ਸਰਕਾਰ ਕਰ ਰਹੀ ਹੈ। ਹੁਣ ਇੱਕ ਬਹੁਤ ਵੱਡੇ ਬਿਜ਼ਨਸ ਘਰਾਣੇ ਦੇ ਸ਼ੇਅਰ ਬਹੁਤ ਇੱਕਦਮ ਥੱਲੇ ਡਿੱਗੇ ਨੇ। ਇਹ ਹਾਲਾਂਕਿ ਬਹੁਤ ਵੱਡਾ ਬਿਜ਼ਨਸ ਘਰਾਣਾ ਆ ਭਾਰਤ ਦਾ, ਪਰ ਇਹ ਸੁਰਖੀਆਂ ਦੇ ਵਿੱਚ ਕੁਝ ਪਿਛਲੇ 5-7 ਸਾਲ ਤੋਂ ਹੀ ਆਇਆ। ਇਹ ਗੱਲ ਤੁਹਾਡੀ ਠੀਕ ਹੈ ਜੀ। ਪਿਛਲੇ 7 ਸਾਲ ਤੋਂ ਜਾਂ ਇਹ ਕਹਿ ਲਓ ਕਿ 8 ਜਾਂ 9 ਸਾਲ ਤੋਂ ਜੀ ਜ਼ਿਆਦਾ ਇਹਨਾਂ ਦੀ ਚੜਾਈ ਹੋਈ ਹੈ। ਬਿਲਕੁਲ 7 ਸਾਲ ਤੋਂ ਇਸ ਕਰਕੇ ਕਿ 2014 ਦੇ ਵਿੱਚ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਣੇ ਨੇ ਜੀ, ਪਹਿਲੀ ਵਾਰੀ, ਤੇ ਗੁਜਰਾਤ ਤੋਂ ਉਹਨਾਂ ਨੇ ਆਪਣਾ ਸਫ਼ਰ ਸ਼ੁਰੂ ਕੀਤਾ ਸੀ ਮੁੱਖ ਮੰਤਰੀ ਵਜੋਂ। ਬਿਲਕੁਲ। ਤੇ ਉੱਥੋਂ ਹੀ ਫਿਰ ਜਹਾਜ਼ ਫੜ ਕੇ ਆਏ ਤੇ ਜਹਾਜ਼ ਦੇ ਵਿੱਚ ਬਹਿ ਕੇ ਦਿੱਲੀ ਸਹੁੰ ਚੁੱਕਣੀ ਸੀ ਉਹਨਾਂ ਨੇ ਤੇ ਬੜਾ ਵੱਡਾ ਸਵਾਗਤ ਹੋਇਆ ਸੀ ਉਹਨਾਂ ਦਾ। ਕਹਿੰਦੇ ਆ ਜਹਾਜ਼ ਵੀ ਇਹਨਾਂ ਦਾ ਹੀ ਸੀ। ਉਹ ਜਹਾਜ਼ ਦੇ ਵਿੱਚ ਜਦੋਂ ਪੌੜੀਆਂ ਤੇ ਖੜੇ ਹੋ ਕੇ ਉਹਨਾਂ ਨੇ ਹੱਥ ਹਿਲਾਇਆ ਜੀ, ਥੱਲੇ ਖੜੇ ਆਪਣੇ ਸਮਰਥਕਾਂ ਨੂੰ ਕਿ ਮੈਂ ਦਿੱਲੀ ਜਾ ਰਿਹਾ ਸਹੁੰ ਚੁੱਕਣ, ਜੀ, ਤੇ ਜਹਾਜ਼ ਦੇ ਉੱਪਰ ਉਹ ਅਡਾਨੀ ਮੋਟਾ ਕਰਕੇ ਲਿਖਿਆ ਹੋਇਆ ਸੀ। ਜੀ, ਅਡਾਨੀ ਦੀ ਬਹੁਤ ਜ਼ਿਆਦਾ ਦੋਸਤੀ ਰਹੀ ਹੈ, ਖਾਸ ਤੌਰ ਤੇ ਜਦੋਂ ਕਹਿੰਦੇ ਨੇ ਕਿ ਗੁਜਰਾਤ ਦੇ ਦੰਗੇ ਹੋਏ ਨੇ ਜੀ, ਉਦੋਂ ਤੋਂ ਵੀ ਲੈ ਕੇ ਅਡਾਨੀ ਇਹਨਾਂ ਦੇ ਬਹੁਤ ਕਲੋਜ਼ ਰਹੇ ਨੇ। ਜੀ। ਅਡਾਨੀ ਦੇ ਬਾਰੇ ਥੋੜਾ ਜਿਹਾ ਮੈਂ ਦੱਸ ਦੇਵਾਂ ਕਿ ਅਡਾਨੀ ਸਕੂਲ ਚੋਂ ਤੇ ਪਾਸ ਆਊਟ ਸਨ, ਪਰ ਇੱਕ ਕਾਲਜ ਦੇ ਵਿੱਚੋਂ ਡ੍ਰੌਪ ਆਊਟ ਸਨ ਜੀ, ਪਰ ਉਹਨਾਂ ਨੇ ਵਪਾਰਕ ਕੰਮਾਂ ਦੇ ਵਿੱਚ ਰੁਚੀ ਹੋਣ ਕਰਕੇ ਕੰਮ ਖਿੱਚਦੇ ਗਏ। ਗੁਜਰਾਤੀ ਮੂਲ ਦੇ ਨੇ ਤੇ ਕੰਮ ਉਹਨਾਂ ਨੇ ਇਸ ਲੈਵਲ ਦਾ ਖਿੱਚਿਆ ਕਿ ਅੱਜ ਦੁਨੀਆ ਭਰ ਦੇ ਵਿੱਚ 30 ਤੋਂ ਜ਼ਿਆਦਾ ਕਿਸਮ ਦੇ ਉਹਨਾਂ ਕੋਲ ਬਿਜ਼ਨਸ ਨੇ ਜੀ, ਔਰ ਉਹਨਾਂ ਦੀਆਂ ਬ੍ਰਾਂਚਿਸ ਕਿੰਨੀਆਂ ਨੇ ਇਹ ਤਾਂ ਅਲੱਗ ਚੀਜ਼ ਹੈ, ਕਿਸਮਾਂ 30 ਤੋਂ ਵੱਧ ਨੇ ਜੀ। ਹੁਣ ਕਿਸਾਨਾਂ ਨਾਲ ਜਿਹੜਾ ਅਡਾਨੀ ਤੇ ਅੰਬਾਨੀਆਂ ਵਾਲੀ ਗੱਲ ਚੱਲੀ ਹੈ ਜੀ, ਅਡਾਨੀ ਦਾ ਉਸ ਦੇ ਵਿੱਚ ਜਿਹੜਾ ਕਿਸਾਨਾਂ ਤੇ ਇੰਪੈਕਟ ਪੈਣ ਵਾਲੀ ਚੀਜ਼ ਹੈ ਉਹ ਦੋ ਗੱਲਾਂ ਕਰਕੇ ਆ। ਇੱਕ ਤਾਂ ਜਿਹੜਾ ਤੇਲ ਦਾ ਇੱਕ ਬ੍ਰਾਂਡ ਹੈ, ਖਾਣ ਵਾਲਾ ਐਡੀਬਲ ਆਇਲ ਹੈ, ਉਹ ਜਿਹੜਾ ਹੈ ਅਡਾਨੀ ਦੀ ਕੰਪਨੀ ਦਾ। ਦੂਸਰਾ ਅਨਾਜ ਭੰਡਾਰਨ, ਜਿਹੜਾ ਅਨਾਜ ਨੂੰ ਸਟੋਰ ਕਰਨ ਦੇ ਤੌਰ ਤਰੀਕੇ ਨੇ, ਸਾਈਲੋ ਜਿਹਨਾਂ ਵਿੱਚ ਬਣਦੇ ਨੇ, ਬਿਲਕੁਲ ਦੁਨੀਆ ਭਰ ਦੇ ਵਿੱਚ ਨੇ, ਭਾਰਤ ਵਿੱਚ ਨਵਾਂ ਰਿਵਾਜ ਹੋ ਸਕਦਾ ਹੈ ਜੀ, ਉਹ ਅਡਾਨੀ ਉਹ ਕੰਮ ਜ਼ਿਆਦਾ ਕਰਦੇ ਨੇ।
ਫੂਡ ਇੰਡਸਟਰੀ ਬਹੁਤ ਵੱਡੀ ਆ ਤੇ ਅਡਾਨੀ ਨੇ ਸਮਝਿਆ ਕਿ ਹੋਰਨਾਂ ਚੀਜ਼ਾਂ ਨੂੰ ਵੀ ਹੱਥ ਪਾਇਆ ਤੇ ਇਹਨੂੰ ਵੀ ਪਾਇਆ ਜਾਵੇ ਜੀ। ਅਡਾਨੀ ਦੇ ਬਾਰੇ ਵਿਵਾਦ ਜਿਹੜੇ ਨੇ ਜੁੜੇ ਰਹੇ ਨੇ, ਅੱਜ ਦੇ ਨਹੀਂ ਪਹਿਲਾਂ ਦੇ ਵੀ। ਅਡਾਨੀ ਨੂੰ ਗੁਜਰਾਤ ਦੇ ਵਿੱਚ ਇੱਕ ਬਹੁਤ ਵੱਡੀ ਬੰਦਰਗਾਹ ਜਿਹੜੀ ਹੈ ਕੌਡੀਆਂ ਦੇ ਭਾਅ ਦੇ ਦਿੱਤੀ ਗਈ। ਇਹ ਆਖਿਆ ਗਿਆ ਨਰਿੰਦਰ ਮੋਦੀ ਵੱਲੋਂ ਕਿ ਤੁਸੀਂ ਇੱਥੇ ਵਿਕਸਿਤ ਕਰ ਲਓ ਤੇ ਦੁਨੀਆ ਵਿੱਚੋਂ ਕੋਲੇ ਨੂੰ ਲਾਉਣ ਦੀ ਤੇ ਕੋਲੇ ਨੂੰ ਭੇਜਣ ਦੀ ਜਾਂ ਕੋਲੇ ਦਾ ਪ੍ਰੋਸੈਸ ਕਰਨ ਦੀ ਦੁਨੀਆ ਦੀ ਸਭ ਤੋਂ ਵੱਡੀ ਬੰਦਰਗਾਹ ਜਿਹੜੀ ਆ ਉਹ ਦੱਸੀ ਜਾ ਰਹੀ ਹੈ ਗੁਜਰਾਤ ਦੇ ਵਿੱਚ। ਅੱਛਾ ਜੀ। ਹਾਂਜੀ, ਉਸ ਦੇ ਮਾਲਕ ਵੀ ਅਡਾਨੀ ਨੇ। ਅਡਾਨੀ ਪੋਰਟਸ ਬੰਦਰਗਾਹਾਂ ਦੁਨੀਆ ਦੇ ਵਿੱਚ ਡਿਵੈਲਪ ਕਰਦੇ ਨੇ। USA ਦੇ ਵਿੱਚ ਵੀ ਹੈ, ਕਈ ਹੋਰ ਮੁਲਕਾਂ ਦੇ ਵਿੱਚ ਵੀ ਹੈ। ਅਡਾਨੀ ਪੋਰਟਸ ਦੇ ਵਿੱਚ USA ਦੇ ਵਿੱਚ ਉਹਨਾਂ ਦੀ ਟ੍ਰੇਡਿੰਗ ਤੇ ਪਾਬੰਦੀ ਵੀ ਲੱਗੀ ਸੀ। ਬਿਲਕੁਲ। ਔਰ ਅਡਾਨੀ ਦੇ ਹੋਰ ਕਿੰਨੇ ਕਿਸਮ ਦੇ ਬਿਜ਼ਨਸ ਨੇ, ਇਲੈਕਟ੍ਰਿਸਿਟੀ ਵੀ ਪ੍ਰੋਡਿਊਸ ਕਰ ਰਹੇ ਨੇ। ਅਡਾਨੀਆਂ ਦੇ ਕਈ ਚੰਗੇ ਬ੍ਰਾਂਡ ਨੇ, ਇੱਥੋਂ ਤੱਕ ਕਿ ਮੀਡੀਆ ਆਊਟਲੈਟਸ ਦੇ ਵਿੱਚ ਵੀ ਅਡਾਨੀ ਦਾ ਨਾਮ ਵੱਜ ਰਿਹਾ। ਬਿਲਕੁਲ। ਆਸਟ੍ਰੇਲੀਆ ਦੇ ਵਿੱਚ ਬਹੁਤ ਵੱਡਾ ਸਰਕਾਰ ਨੇ ਉਹਨਾਂ ਨੂੰ ਨਿਵੇਸ਼ ਦਾ ਇੱਕ ਮੌਕਾ ਦਿੱਤਾ ਹੈ ਤੇ ਉੱਥੇ ਦੀਆਂ ਕੁਝ ਸਮਾਜ ਸੇਵੀ ਜਥੇਬੰਦੀਆਂ ਤੇ ਐਨਵਾਇਰਨਮੈਂਟਲਿਸਟ ਗਰੁੱਪ ਜਿਹੜੇ ਨੇ ਉਹਨਾਂ ਨੇ ਇਹਨਾਂ ਦਾ ਵਿਰੋਧ ਕੀਤਾ ਸੀ ਕਿ ਅਡਾਨੀ ਨੂੰ ਜਿਹੜਾ ਹੈ ਅਨਐਥੀਕਲ ਬਿਜ਼ਨਸ ਦੇ ਪ੍ਰੈਕਟਿਸ ਦੇ ਲਈ ਜਾਣਿਆ ਜਾਂਦਾ ਤੇ ਅਸੀਂ ਇਹਨੂੰ ਆਪਣੇ ਮੁਲਕ 'ਚ ਵੜਨ ਨਹੀਂ ਦੇਣਾ ਜੀ ਤੇ ਇਹਨੂੰ ਇੱਥੋਂ ਕੱਢੋ। ਹੁਣ ਅਡਾਨੀ 30 ਕਿਸਮ ਦੇ ਕੰਮ ਨੇ, ਸਾਰੇ ਤਾਂ ਅਸੀਂ ਗਿਣਾ ਵੀ ਨਹੀਂ ਸਕਦੇ। ਬਿਲਕੁਲ ਜੀ। ਤੇ ਸ਼ਾਇਦ ਅਡਾਨੀ ਵੀ ਕਿਤੇ ਗਿਣਾਉਣ ਲੱਗ ਪਵੇ ਤਾਂ ਉਹਨੂੰ ਕੋਈ ਗਿਣ ਨਹੀਂ ਹੋਣੇ ਕਿ ਮੇਰੇ ਕਿੱਥੇ ਬਿਜ਼ਨਸ ਨੇ ਜੀ। ਪਰ ਇਹ ਦੂਸਰੀ ਗੱਲ ਇਹ ਹੈ ਕਿ ਜੇ ਆਪਣੇ ਕਿਸੇ ਬਿਜ਼ਨਸ ਨੂੰ ਇੰਨਾ ਉਚਾਈ ਤੇ ਉਹ ਲੈ ਕੇ ਗਏ ਨੇ ਤੇ ਉਹਨਾਂ ਕੋਲ ਸਭ ਕੁਝ ਰਿਕਾਰਡ ਹੋਵੇਗਾ। ਬਿਲਕੁਲ। ਉਹਨਾਂ ਦੀ ਨਰਿੰਦਰ ਮੋਦੀ ਨਾਲ ਜਾਰੀ ਹੈ, ਇਸ ਗੱਲ ਵਿੱਚ ਕੋਈ ਲੁਕੋ ਨਹੀਂ। ਬਿਲਕੁਲ। ਤੇ ਨਾ ਹੀ ਉਹ ਖੁਦ ਲੁਕਾਉਂਦੇ ਨੇ। ਪਰ ਲੁਕਾਉਂਦੇ ਕੀ ਨੇ? ਇੱਕ ਤੇ ਉਹ ਮੀਡੀਆ ਦੇ ਸਾਹਮਣੇ ਬਹੁਤ ਘੱਟ ਆਉਂਦੇ ਨੇ ਜੀ। ਜਿਵੇਂ ਮੁਕੇਸ਼ ਅੰਬਾਨੀ ਤੇ ਉਹਨਾਂ ਨੇ ਮੁੰਬਈ ਇੰਡੀਅਨ ਵੀ ਖਰੀਦੀ ਹੋਈ ਹੈ ਤੇ ਲੜਕੇ ਦੇ ਵਿਆਹ ਦੇ ਤੇ ਹੋਰਨਾਂ ਚੀਜ਼ਾਂ ਤੇ ਵੀ ਵਾਹਵਾ ਉਹਨਾਂ ਨੇ ਖਰਚੇ ਕੀਤੇ ਨੇ ਤੇ ਆਮ ਸਟੇਜਾਂ ਤੇ ਵੀ ਤੁਸੀਂ ਉਹਨਾਂ ਨੂੰ ਵੇਖ ਸਕਦੇ ਹੋ। ਘਰ ਵੀ ਬੜਾ ਉਹਨਾਂ ਨੇ ਸ਼ਾਹਾਨਾ ਬਣਾਇਆ। ਇਹਨਾਂ ਨੇ ਬਣਾਇਆ ਤਾਂ ਹੋਵੇਗਾ ਪਰ ਆਮ ਤੌਰ ਤੇ ਗੁਪਤ ਰਹਿੰਦੇ ਨੇ, ਆਮ ਤੌਰ ਤੇ ਪਬਲਿਕ ਲਾਈਫ ਦੇ ਵਿੱਚ ਜ਼ਿਆਦਾ ਨਹੀਂ ਆਉਂਦੇ। ਗੌਤਮ ਅਡਾਨੀ ਜੀ। ਗੌਤਮ ਅਡਾਨੀ ਨੇ ਇਹ ਜਿਹੜਾ ਦੁਨੀਆ ਭਰ ਦੇ ਵਿੱਚ ਇੰਨਾ ਪਸਾਰਾ ਕੀਤਾ, ਇਹਨਾਂ ਵਿੱਚੋਂ ਭਾਰਤ ਦੇ ਨਾਲ ਲੱਗਦੇ ਕਈ ਗੁਆਂਢੀ ਮੁਲਕ, ਛੋਟੇ ਮੁਲਕ, ਉਹਨਾਂ ਸਾਰਿਆਂ ਦੇ ਵਿੱਚ ਵੱਡੇ ਬਿਜ਼ਨਸ ਜਿਹੜੇ ਨੇ ਉਹ ਸਥਾਪਿਤ ਕਰ ਲਏ ਨੇ ਤੇ ਇਸ ਵੇਲੇ ਭਾਰਤ ਦੇ ਵਿੱਚੋਂ ਜਿਹੜੇ ਅਮੀਰ ਨੇ ਉਹਨਾਂ ਦੀ ਸੂਚੀ ਵਿੱਚ ਉਹ ਦੂਸਰੇ ਨੰਬਰ ਤੇ ਨੇ। ਬਿਲਕੁਲ। ਹੁਣ ਅਡਾਨੀ ਨੇ ਉਹਨਾਂ ਦੀਆਂ ਕੰਪਨੀਆਂ ਦੇ ਬਾਰੇ ਇੱਕ ਖਬਰ ਆ ਗਈ ਕੁਝ ਦਿਨ ਪਹਿਲਾਂ ਕਿ 3 ਉਹਨਾਂ ਦੀਆਂ ਫੋਰਨ ਇਨਵੈਸਟਮੈਂਟ ਕੰਪਨੀਆਂ ਦੇ ਖਾਤੇ ਫਰੀਜ਼ ਕਰ ਦਿੱਤੇ ਗਏ ਨੇ ਜੀ। ਜਿਨ੍ਹਾਂ ਨੇ ਅਡਾਨੀ ਦੀਆਂ ਕੰਪਨੀਆਂ ਦੇ ਵਿੱਚ ਕੋਈ ਇਨਵੈਸਟਮੈਂਟ ਕਰਨੀ ਹੈ ਤਾਂ ਵੱਡੇ ਅਰਬਾਂ ਡਾਲਰਾਂ ਦਾ, ਬਿਲੀਅਨ ਡਾਲਰ ਦਾ ਜਿਹੜਾ ਨਿਵੇਸ਼ ਜਿਹੜਾ ਹੋਣਾ ਹੈ ਤੇ ਉਹਨਾਂ ਦੇ ਖਾਤੇ ਜਿਹੜੇ ਨੇ ਉਹ ਉੱਥੇ ਦੀਆਂ ਸਰਕਾਰਾਂ ਵੱਲੋਂ ਜਾਂ ਜਿਵੇਂ ਵੀ ਕੁਝ ਅਨਐਥੀਕਲ ਬਿਜ਼ਨਸ ਪ੍ਰੈਕਟਿਸਿਸ ਕਰਕੇ ਜਾਂ ਕਿਸੇ ਵੀ ਹੋਰ ਕਾਰਨ ਕਰਕੇ ਉਹ ਸੀਲ ਕਰ ਦਿੱਤੇ ਗਏ ਨੇ, ਫਰੀਜ਼ ਕਰ ਦਿੱਤੇ ਨੇ ਜੀ। ਸਿਰਫ ਇੰਨੀ ਗੱਲ ਹੋਈ ਹੈ ਤੇ ਲੋਕਾਂ ਨੂੰ ਫਿਕਰ ਪੈ ਗਿਆ ਕਿ ਅਡਾਨੀ ਸਾਹਿਬ ਨੂੰ ਪਤਾ ਨਹੀਂ ਕੀ ਹੋ ਗਿਆ ਜੀ ਤੇ ਉਹਨਾਂ ਦੀ ਕੰਪਨੀ ਦੇ ਸ਼ੇਅਰਾਂ ਦੀ ਕੀਮਤ ਘਟਣੀ ਸ਼ੁਰੂ ਹੋਈ ਹੈ ਤੇ ਸਾਡੇ ਪ੍ਰੋਗਰਾਮ ਰਿਕਾਰਡ ਕਰਨ ਵੇਲੇ ਤੱਕ 55,000 ਕਰੋੜ ਜਿਹੜਾ ਹੈ ਉਹਨਾਂ ਦੇ ਸ਼ੇਅਰਾਂ ਦੀ ਕੀਮਤ ਘਟ ਗਈ ਹੈ। ਬੱਲੇ। ਹਾਂਜੀ, ਇਹ ਸ਼ੇਅਰ ਮਾਰਕੀਟ ਦਾ ਵੀ ਵੱਖਰਾ ਹੀ ਸਿਸਟਮ ਆ। ਇੱਕ ਚੰਗੀ ਖਬਰ ਆ ਜਾਏ ਤੇ ਉੱਪਰ ਚਲਾ ਜਾਂਦਾ ਤੇ ਇੱਕ ਖਬਰ ਕੋਈ ਗਲਤ ਆ ਜਾਏ ਤੇ ਡੁੱਬ ਜਾਂਦਾ। ਬਿਲਕੁਲ। ਸੋ ਇਹ ਉਹਨਾਂ ਦੇ ਇੰਨੀ ਜ਼ਿਆਦਾ ਕੀਮਤ ਡਾਊਨ ਹੋਈ ਹੈ। ਅਡਾਨੀ ਪੋਰਟਸ ਨੇ ਹਾਲਾਂਕਿ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਸਾਡੇ ਕੋਈ ਖਾਤੇ ਇਸ ਤਰ੍ਹਾਂ ਦੇ ਇਨਵੈਸਟਮੈਂਟ ਕੰਪਨੀਆਂ ਦੇ ਫਰੀਜ਼ ਹੋਏ ਨੇ ਜੀ। ਉਹਨਾਂ ਨੇ ਕਿਹਾ ਕਿ ਇਹੋ ਜਿਹੀ ਚਿੰਤਾ ਵਾਲੀ ਕੋਈ ਗੱਲ ਨਹੀਂ ਹੈ ਪਰ ਇਹ ਖਾਤੇ ਹੋਏ ਤਾਂ ਕੁਝ ਹਨ। ਇਹਦੀ ਡਿਟੇਲ ਅਜੇ ਨਿਕਲ ਕੇ ਸਾਹਮਣੇ ਨਹੀਂ ਆਈ ਤੇ ਨਰਿੰਦਰ ਮੋਦੀ ਨਾਲ ਉਹਨਾਂ ਦੀ ਨੇੜਤਾ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਨਾਲ ਨੇੜਤਾ ਤੇ ਦੁਨੀਆ ਦੀਆਂ ਹੋਰ ਕਈ ਸਰਕਾਰਾਂ ਦੇ ਨਾਲ ਉਹਨਾਂ ਦੀ ਨੇੜਤਾ ਇਸ ਵਿੱਚ ਕਿਵੇਂ ਮੋੜ ਲਿਆਏਗੀ ਇਹ ਅਜੇ ਪਤਾ ਨਹੀਂ ਲੱਗਣਾ। ਪਰ ਅਡਾਨੀ ਪੋਰਟਸ ਵਾਲੇ ਗੌਤਮ ਅਡਾਨੀ ਜਿਹੜੇ ਨੇ ਉਹ ਇਸ ਵੇਲੇ ਥੋੜਾ ਜਿਹਾ ਫਸੇ ਹੋਏ ਨੇ। ਥੋੜਾ ਜਿਹਾ ਉਹਨਾਂ ਨੂੰ ਇਹ ਗੱਲ ਸਾਬਤ ਕਰਨੀ ਪਏਗੀ ਕਿ ਉਹਨਾਂ ਨੂੰ ਕੋਈ ਬਹੁਤਾ ਵੱਡਾ ਘਾਟਾ ਨਹੀਂ ਪਿਆ। 55,000 ਕਰੋੜ ਕੋਈ ਬਹੁਤੀ ਵੱਡੀ ਗੱਲ ਨਹੀਂ। ਦੇਖੋ ਆਮ ਬੰਦੇ ਦੇ 55 ਰੁਪਏ ਗਵਾ ਜਾਣ ਤੇ ਨੀਂਦ ਨਹੀਂ ਆਉਂਦੀ ਤਾਂ 55,000 ਕਰੋੜਿਆਂ ਨਾਲ ਗੱਲ ਇਹ ਆ ਜੀ ਕਿ ਸ਼ੇਅਰਾਂ ਦੀ ਕੀਮਤ ਘਟੀ ਹੈ। ਸ਼ੇਅਰ ਤੇ ਉੱਥੇ ਹੀ ਨੇ। ਬਿਲਕੁਲ। ਇਹ ਕੱਲ੍ਹ ਨੂੰ ਵੱਧ ਵੀ ਸਕਦੀ ਹੈ। ਬਿਲਕੁਲ। ਜਿਵੇਂ ਹਰਸ਼ਦ ਮਹਿਤੇ ਵਾਲਾ ਸਕੈਂਡਲ ਹੋਇਆ ਸੀ ਇਸੇ ਤਰ੍ਹਾਂ ਦੀ ਗੱਲ ਸੀ ਜੀ ਕਿ ਉਹ ਮੈਨੂਪੂਲੇਟ ਕਰਕੇ ਸ਼ੇਅਰ ਮਾਰਕੀਟ ਨੂੰ ਸ਼ੇਅਰ ਬਾਵਾ ਸਾਰੇ ਖਰੀਦ ਲੈਂਦਾ ਸੀ ਕਈ ਕੰਪਨੀਆਂ ਦੇ ਤੇ ਫਿਰ ਉਹਨਾਂ ਦੇ ਰੇਟ ਵਧਾ ਦਿੰਦਾ ਸੀ ਮਾਰਕੀਟ ਨੂੰ ਲੋਕਾਂ ਦਾ ਕਿਸ ਤਰ੍ਹਾਂ ਮੂਡ ਸਵਿੰਗ ਕਰਵਾ ਕੇ ਜਾਂ ਜਿਵੇਂ ਵੀ ਤੇ ਉਹ ਜਦੋਂ ਵੱਧ ਜਾਂਦੇ ਸੀ ਤੇ ਫਿਰ ਇੱਕਦਮ ਸਾਰੇ ਵੇਚ ਦਿੰਦਾ ਸੀ ਤੇ ਲੋਕਾਂ ਨੇ ਜਿਹਨਾਂ ਨੇ ਪੈਸਾ ਲਾਇਆ ਹੁੰਦਾ ਸੀ ਮਿੱਟੀ ਹੋ ਜਾਂਦਾ ਸੀ ਰਾਤੋਂ ਰਾਤ। ਤੇ ਉਹ ਰਿਲਾਇੰਸ ਦੀ ਗੱਲ ਵੀ ਆਪਾਂ ਸੁਣਦੇ ਸੀ ਕਿ ਜਦੋਂ ਸ਼ੁਰੂ 'ਚ ਪੈਟਰੋਕੈਮੀਕਲਸ ਆਏ ਸੀ ਜਾਂ ਫਾਈਬਰ ਦੇ ਵਿੱਚ ਇਹਨਾਂ ਨੇ ਕੰਮ ਸ਼ੁਰੂ ਕੀਤਾ ਸੀ ਤੇ ਸਾਰੀਆਂ ਕੰਪਨੀਆਂ ਇੱਥੇ ਦੀਆਂ ਜਿਹੜੀਆਂ ਸੀਗੀਆਂ ਉਹਨਾਂ ਨੂੰ ਮੈਨੀਪੂਲੇਟ ਕਰਕੇ ਤੇ ਬਹੁਤ ਸਾਰੀਆਂ ਚੀਜ਼ਾਂ ਉਹਨਾਂ ਦੇ ਬਿੱਲ ਵਗੈਰਾ ਇਹੋ ਜਿਹੇ ਕਰਕੇ ਦਿਖਾਏ ਕਿ ਲੋਕਾਂ ਨੂੰ ਲੱਗਾ ਕਿ ਬਹੁਤ ਵੱਡੀ ਕੰਪਨੀ ਹੈ ਜੀ। ਇਹਨਾਂ ਤੇ ਇਲਜ਼ਾਮ ਲੱਗਦੇ ਰਹੇ ਨੇ ਇਸ ਤਰ੍ਹਾਂ ਦੇ। ਬਸ ਉਹ ਗੌਤਮ ਅਡਾਨੀ ਤੇ ਵੀ ਉਹਨਾਂ ਦੀ ਕੰਪਨੀ ਦੇ ਬਾਰੇ ਇਹ ਪਹਿਲੀ ਵਾਰੀ ਨਹੀਂ ਇਸ ਤਰ੍ਹਾਂ ਦੇ ਕੋਈ ਗੱਲ ਹੋਈ। ਇਹਨਾਂ ਤੇ ਅਕਸਰ ਇਸ ਤਰ੍ਹਾਂ ਦੀਆਂ ਗੱਲਾਂ ਦੇ ਕਈ ਹੋਰ ਗੱਲਾਂ ਦੇ ਵਿੱਚ ਵੀ ਇਲਜ਼ਾਮ ਲੱਗਦੇ ਰਹੇ ਨੇ ਕਿ ਸਰਕਾਰਾਂ ਨਾਲ ਕਿਵੇਂ 60-60 ਕਰਕੇ ਜਿਹੜਾ ਉਹਨਾਂ ਨੇ ਨਾ ਕਈ ਵੱਡੇ ਪ੍ਰੋਜੈਕਟ ਜਿਹੜੇ ਨੇ ਕੋਡੀਆਂ ਦੇ ਪਾ ਹਥਿਆਏ ਨੇ।
ਗੁਜਰਾਤੀਆਂ ਬਾਰੇ ਕਿਹਾ ਜਾਂਦਾ ਕਿ ਪੈਸੇ ਦੇ ਬਹੁਤ ਪੱਕੇ ਆ, ਇਹ ਗਿਣਤੀ ਮਿਣਤੀ ਦਾ ਹਿਸਾਬ ਰੱਖਦੇ ਆ, ਲੱਗਦਾ ਕਿ ਰਿਕਵਰ ਕਰ ਲੈਣਗੇ। ਦੇਖੋ ਕਹਿ ਨਹੀਂ ਸਕਦੇ ਜੀ ਅਜੇ, ਪਰ ਗੌਤਮ ਅਡਾਨੀ ਅਜੇ ਜਿਹੜਾ ਸੋਚਾਂ ਵਿਚਾਰਾਂ ਵਿੱਚ ਅਜੇ ਮਸਰੂਫ ਹੋਣਗੇ ਕਿ ਕੀ ਬਣ ਰਿਹਾ। ਕੁਲਦੀਪ ਜੀ, ਅਸੀਂ ਗੱਲ ਕਰੀਏ ਅਡਾਨੀ ਤੋਂ ਬਾਅਦ ਜੇ ਅਗਲੇ ਟੌਪਿਕ ਦੀ, ਤੇ ਕਰੋਨਾ ਦੇ ਭਾਰਤ ਵਿੱਚ ਕੀ ਹਾਲਾਤ ਨੇ? ਕਰੋਨਾ ਦੇ ਹਾਲਾਤ ਸਰਕਾਰੀ ਅੰਕੜੇ ਕਹਿ ਰਹੇ ਨੇ ਕਿ 85% ਦੀ ਰਫ਼ਤਾਰ ਜਿਹੜੀ ਆ ਉਹ ਘਟ ਗਈ ਆ ਜੀ। ਇਹ ਹੁਣ ਵੇਰੀਐਂਟ ਜਿਹੜਾ ਸੀ ਡੈਲਟਾ ਵੇਰੀਐਂਟ ਜਾਂ ਜੋ ਵੀ ਇਸ ਨੂੰ ਨਾਮ ਦਿੱਤਾ ਗਿਆ, ਪਹਿਲਾਂ ਤਾਂ ਇੰਡੀਅਨ ਵੇਰੀਐਂਟ ਹੀ ਕਹਿ ਦਿੱਤਾ ਸੀ, ਫਿਰ ਭਾਰਤ ਵਾਲੇ ਨਾਰਾਜ਼ ਹੋ ਗਏ ਜੀ ਕਿ ਸਾਡੇ ਨਾਂ ਨਾਲ ਸੁੱਖਿਆ ਹੋਇਆ, ਸਾਡੇ ਨਾਂ ਨਾਲ ਕਿਉਂ ਜੋ ਜੋੜ ਦਿੱਤਾ ਤੁਸੀਂ ਭਾਈ। ਬਿਲਕੁਲ, ਅਸੀਂ ਕੋਈ ਆਪਣਾ ਥੋੜ੍ਹਾ ਬਣਾਇਆ। ਤੇ ਜਿਹੜਾ ਪਹਿਲਾ ਵਾਇਰਸ ਸੀ, ਜੇ ਭਾਰਤ ਵੇਰੀਐਂਟ ਦਾ ਇਸ ਨੂੰ ਨਾਮ ਲੈਣਾ ਤੇ ਉਸ ਨੂੰ ਵੀ ਚਾਈਨਾ ਵਾਇਰਸ ਦਾ ਨਾਮ ਦੇ ਦਿਓ, ਜਿਵੇਂ ਕਿ ਡੋਨਲਡ ਟਰੰਪ ਕਹਿੰਦੇ ਸੀ। ਟਰੰਪ ਸਾਹਿਬ ਨੇ ਦੇ ਦਿੱਤਾ ਸੀ ਜੀ। ਸੋ ਇਹ ਗੱਲ ਹੈ ਕਿ ਭਾਰਤ ਦੇ ਵਿੱਚ ਅੰਕੜੇ ਘਟੇ ਨੇ ਜੀ, ਪਰ ਮੌਤਾਂ ਦੀ ਗਿਣਤੀ ਬਾਰੇ ਅੰਕੜੇ ਜਿਹੜੇ ਨੇ ਉਹਨਾਂ ਵਿੱਚ ਅਜੇ ਵੀ ਰੌਲਾ ਘਚੋਲਾ ਹੈ ਜੀ। ਹੁਣ ਕੁਝ ਦਿਨ ਪਹਿਲਾਂ ਤੇ ਤੁਹਾਨੂੰ ਪਤਾ ਹੈ ਕਿ ਬਿਹਾਰ ਦੇ ਵਿੱਚ ਅੰਕੜਿਆਂ ਦਾ ਹੇਰਾਫੇਰੀ ਜਾਂ ਅੰਕੜਿਆਂ ਦੀ ਗੜਬੜੀ ਦਾ ਮਾਮਲਾ ਸਾਹਮਣੇ ਆਇਆ, ਤੇ ਹੁਣ ਹੋਰ ਵੀ ਕਈ ਜਗ੍ਹਾ ਤੇ ਇਹੋ ਜਿਹੀਆਂ ਖਬਰਾਂ ਆ ਰਹੀਆਂ ਨੇ ਕਿ ਕਈ ਪ੍ਰਾਈਵੇਟ ਬਾਹਰਲੇ ਮੀਡੀਆ ਨੇ ਖਬਰ ਦਿੱਤੀ ਹੈ ਕਿ ਜਿੰਨੇ ਮੌਤਾਂ ਦੇ ਅੰਕੜੇ ਦੱਸੇ ਗਏ ਨੇ ਉਸ ਤੋਂ 10 ਗੁਣਾ ਤੇ ਵੱਧ ਹੋ ਹੀ ਸਕਦੇ ਨੇ, ਆਸਾਨੀ ਨਾਲ ਹੋ ਸਕਦੇ ਨੇ ਜੀ। ਜਿਸ ਤਰ੍ਹਾਂ ਲਾਸ਼ਾਂ ਦੇ ਸੰਸਕਾਰ ਕਰਨ ਲਈ ਤੇ ਉਹਨਾਂ ਨੂੰ ਦੱਬਣ ਲਈ ਲਾਈਨਾਂ ਵੇਖੀਆਂ ਗਈਆਂ ਤੇ ਜਗ੍ਹਾ ਨਹੀਂ ਮਿਲੀ ਤੇ ਬਾਲਣ ਨਹੀਂ ਮਿਲਿਆ ਜੀ, ਉਸ ਤੋਂ ਸਹਿਜੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਮੌਤਾਂ ਦੀ ਗਿਣਤੀ ਬਹੁਤ ਜ਼ਿਆਦਾ ਹੋ ਸਕਦੀ ਹੈ ਜੀ। ਇਸੇ ਤਰ੍ਹਾਂ ਉੱਤਰਾਖੰਡ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਕੁੰਭ ਦਾ ਮੇਲਾ ਜੋ ਹੋਇਆ ਸੀ ਜੀ, ਕੁੰਭ ਦੇ ਮੇਲੇ ਦੇ ਵਿੱਚ ਜੋ ਅੰਕੜੇ ਪੇਸ਼ ਕੀਤੇ ਗਏ ਕਿ ਉੱਥੇ ਇੰਨੇ ਲੋਕ, ਉਹਨਾਂ ਨੂੰ ਜਿਹੜਾ ਵਾਇਰਸ ਉੱਥੋਂ ਜਿਹੜਾ ਪ੍ਰਾਪਤ ਹੋਇਆ ਜਾਂ ਉਹਨਾਂ ਨੇ ਵਾਇਰਸ ਫੈਲਾ ਦਿੱਤਾ ਜਾਂ ਉਹਨਾਂ ਕਰਕੇ ਫੈਲ ਗਿਆ ਜਾਂ ਉੱਥੋਂ ਫੈਲ ਗਿਆ, ਉਸ ਨੂੰ ਹੌਟ ਸਪੌਟ ਦਾ ਨਾਮ ਦੇ ਦਿੱਤਾ ਗਿਆ ਜੀ। ਹੁਣ ਉੱਥੇ ਦੀ ਸਰਕਾਰ ਨੇ ਕੁਝ ਆਪਣਾ ਬਚਾਅ ਕਰਨ ਦੀ ਗੱਲ ਕੀਤੀ ਹੈ ਤੇ ਉਹਨਾਂ ਨੇ ਕਿਹਾ ਕਿ ਦੇਖੋ ਜੀ ਇਹ ਤੇ ਗਲਤ ਕੰਮ ਸੀ, ਇਹ ਇੱਕ ਫੋਨ ਤੇ ਉੱਪਰ 10-10 ਜਣਿਆਂ ਨੂੰ ਰਜਿਸਟਰ 20-20 ਜਣਿਆਂ ਨੂੰ ਰਜਿਸਟਰ ਕੀਤਾ ਗਿਆ। ਉਹ ਤੇ ਪੰਜਾਬ ਦਾ ਇੱਕ ਬੰਦਾ ਸੀ, ਉਹ ਕਹਿੰਦਾ ਮੈਂ ਤਾਂ ਉੱਥੇ ਗਿਆ ਹੀ ਨਹੀਂ, ਮੇਰਾ ਫੋਨ ਨੰਬਰ ਫਿਰ ਕਿਹਨੇ ਦੇ ਦਿੱਤਾ। ਐਵੇਂ ਹੀ ਫੋਨ ਨੰਬਰ ਚੱਕ ਕੇ ਜਿਹੜੇ ਸੀ ਲੋਕਾਂ ਨੂੰ ਪੋਜ਼ਿਟਿਵ ਕਰ ਦਿੱਤਾ ਗਿਆ ਤੇ ਉੱਤਰਾਖੰਡ ਸਰਕਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਕੁੰਭ ਮੇਲੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਜੀ। ਹੁਣ ਇਹ ਉਹਨਾਂ ਨੇ ਮੋਟੇ ਅੰਕੜੇ, ਉਹਨਾਂ ਨੇ ਲੱਖ ਦਾ ਜਿਹੜਾ ਅੰਕੜਾ ਉਹ ਕੱਢ ਮਾਰਿਆ। ਉਹਨੇ ਕਿਹਾ ਜੀ ਕਿ ਲੱਖ ਮਰੀਜ਼ ਇਹੋ ਜਿਹਾ ਹੋ ਸਕਦਾ ਹੈ ਜਿਹੜਾ ਕਿ ਹੋਇਆ ਹੀ ਨਹੀਂ ਸੀ ਕੋਵਿਡ ਪੋਜ਼ਿਟਿਵ ਤੇ ਸਾਡੇ ਖਾਤੇ ਪਾ ਦਿੱਤਾ ਗਿਆ। ਅੱਛਾ ਜੀ। ਪਰ ਗੱਲ ਤਾਂ ਇਹ ਆ ਅਜੇ ਵੀ ਲੱਖ ਕੇਸ ਜਿਹੜੇ ਨੇ ਰੋਜ਼ਾਨਾ ਦੇ ਆ ਰਹੇ ਨੇ ਸਰਕਾਰੀ ਅੰਕੜਿਆਂ ਮੁਤਾਬਕ, ਜਾਂ ਥੋੜੇ ਬਹੁਤੇ ਘੱਟ ਹੋਣਗੇ, 90,000 ਹੋਣਗੇ। ਤੇ ਜਿਸ ਦਿਨ ਇਸ ਤੋਂ ਕਈ ਗੁਣਾ ਵੱਧ ਆ ਰਹੇ ਸੀ ਤੇ ਲੱਖ ਉਸ ਦੇ ਵਿੱਚ ਘੱਟ ਵੀ ਹੋਵੇ ਤਾਂ ਫਰਕ ਹੀ ਪੈਣਾ। ਬਿਲਕੁਲ। ਮੇਰਾ ਮਤਲਬ ਇਹ ਹੈ ਕਹਿਣ ਦਾ ਕਿ ਅਜੇ ਇਹਨਾਂ ਗੱਲਾਂ ਦੇ ਵਿੱਚ ਸਾਨੂੰ ਉਲਝਣ ਦੀ ਬਜਾਏ ਸਾਨੂੰ ਥੋੜਾ ਜਿਹਾ ਅਗਾਂਹ ਦੀ ਸੋਚਣੀ ਚਾਹੀਦੀ ਆ ਜੀ, ਕਿਉਂਕਿ ਦੁਨੀਆ ਭਰ ਦੇ ਵਿੱਚ ਲੋਕ ਇਹ ਕਹਿ ਰਹੇ ਨੇ ਕਿ ਦੂਸਰਾ ਵੇਰੀਐਂਟ ਆਇਆ ਤੇ ਤੀਸਰਾ ਵੀ ਆਵੇਗਾ। ਹੁਣ ਟੀਕਾਕਰਨ ਦੀ ਗੱਲ ਹੈ, ਕੋਵਿਸ਼ੀਲਡ ਦੇ ਵਿੱਚ ਪਹਿਲਾਂ ਤਾਂ ਸਰਕਾਰ ਨੇ ਪਿਛਲੇ ਸਾਲ ਹੁੱਬ ਕੇ ਦੁਨੀਆ ਭਰ ਨੂੰ ਟੀਕੇ ਦੇਣ ਦੇ ਦਾਨੀ ਸੱਜਣ ਬਣ ਗਿਆ ਜੀ, ਤੇ ਆਪ ਨੂੰ ਲੋੜ ਪਈ ਤਾਂ ਫੇਰ ਕਹਿੰਦੇ ਜੀ ਦੇਖੋ ਜੀ ਪਹਿਲਾਂ 18 ਸਾਲ, ਪਹਿਲਾਂ 45 ਸਾਲ ਤੋਂ ਉੱਪਰ ਉਮਰ ਵਾਲਿਆਂ ਨੂੰ ਲਾਓ, ਥੱਲੇ ਵਾਲਿਆਂ ਨੂੰ ਫੇਰ ਦੇਖਾਂਗੇ ਵੀ 18 ਤੋਂ 45 ਕਰਤਾ। ਤੇ ਫੇਰ ਇਹਨੇ ਕਿਹਾ ਕਿ ਕੋਵਿਸ਼ੀਲਡ ਦੀ ਜਿਹੜੀ ਖੁਰਾਕ ਹੈ ਜਾਂ ਟੀਕੇ ਦੀ ਕਿਸੇ ਦੀ ਵੀ ਇੱਕ ਖੁਰਾਕ ਅੱਜ ਲਗਵਾ ਲਓ ਤੇ 4 ਜਾਂ 5 ਹਫ਼ਤਿਆਂ ਬਾਅਦ ਦੂਜੀ ਲਗਵਾ ਲਓ ਜੀ। ਫਿਰ ਇਹਨਾਂ ਨੇ ਉਹਨੂੰ 6 ਮਹੀਨੇ ਕਰਤਾ ਜੀ। ਤੇ ਹੁਣ ਫੇਰ ਉਹ ਗਾਈਡਲਾਈਨ ਵਿੱਚ ਤਬਦੀਲੀ ਕੀਤੀ ਜਾ ਰਹੀ ਹੈ ਕਿ ਉਹ ਮਾਹਿਰ ਕਹਿੰਦੇ ਨੇ ਕਿ 1-2 ਦਿਨਾਂ 'ਚ ਫੈਸਲਾ ਆ ਸਕਦਾ ਹੈ ਕਿ ਹੋ ਸਕਦਾ ਹੈ ਕਿ ਉਸ ਨੂੰ 1 ਜਾਂ 2 ਮਹੀਨੇ, 2 ਜਾਂ 3 ਮਹੀਨੇ ਕਰ ਦਿੱਤਾ ਜਾਵੇ ਜੀ, ਕਿ ਦੂਸਰੀ ਛੇਤੀ ਲਗਵਾਓ, ਨਹੀਂ ਤਾਂ ਪਹਿਲੀ ਦਾ ਵੀ ਅਸਰ ਜਿਹੜਾ ਘਟ ਜਾਂਦਾ। ਪਰ ਭਾਰਤ ਦੇ ਵਿੱਚ ਟੀਕੇ ਲਾਉਣ ਦੀ ਰਫ਼ਤਾਰ ਜਿੰਨੀ ਕੁ ਵੀ ਬਣੀ ਹੈ, ਪੰਜਾਬ ਦੇ ਪਿੰਡਾਂ ਵਿੱਚ ਵੀ ਥਾਂ ਜਾ ਕੇ ਲੱਗ ਰਹੇ ਨੇ, ਉਸ ਨਾਲ ਫਾਇਦਾ ਹੋ ਰਿਹਾ। ਰਫ਼ਤਾਰ ਕਰੋਨਾ ਦੀ ਘਟੀ ਹੈ ਔਰ ਇਸ ਟੀਕਾਕਰਨ ਜਿੰਨਾ ਜਲਦੀ ਹੋ ਸਕੇ ਮੁਕੰਮਲ ਹੋ ਜਾਣਾ ਚਾਹੀਦਾ ਜੀ। ਕਰਦੇ ਹਾਂ ਕੁਝ ਹੋਰ ਗੱਲਾਂ ਬਾਤਾਂ ਇਸੇ ਪ੍ਰੋਗਰਾਮ ਵਿੱਚ ਇੱਕ ਬ੍ਰੇਕ ਤੋਂ ਬਾਅਦ। ਪੰਜਾਬੀ ਨੈਸ਼ਨਲ ਟੀਵੀ ਦੇ ਪ੍ਰੋਗਰਾਮ ਵਿਚਾਰ ਚਰਚਾ ਵਿੱਚ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ। ਕੁਲਦੀਪ ਜੀ, ਅਸੀਂ ਕਾਫੀ ਗੱਲਾਂ ਕਰ ਲਈਆਂ ਤੇ ਗੱਲਾਂ ਜਦੋਂ ਵੀ ਅਸੀਂ ਕਰਦੇ ਹਾਂ ਸਭ ਤੋਂ ਨੇੜੇ ਪੰਜਾਬ ਦੀ ਰਾਜਨੀਤੀ ਰਹਿੰਦੀ ਆ ਤੇ ਉਹ ਹੋਰ ਵੀ ਦਿਲਚਸਪ ਹੋ ਜਾਂਦੀ ਹੈ ਜਦੋਂ ਚੋਣਾਂ ਦੇ ਵਿੱਚ ਥੋੜਾ ਟਾਈਮ ਰਹਿ ਗਿਆ ਹੋਵੇ। ਤੇ ਪੰਜਾਬ ਦੀ ਜਿਹੜੀ ਸੱਤਾਧਾਰੀ ਧਿਰ ਆ ਕਾਂਗਰਸ, ਉਹਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਫੁੱਟ ਪਈ ਹੋਈ ਹੈ ਜੀ। ਇਨਫੈਕਟ ਜਿਸ ਦਿਨ ਇਹਨਾਂ ਨੇ ਸਰਕਾਰ ਬਣਾਈ ਸੀ, ਸਿੱਧੂ ਸਾਹਿਬ ਬੀਜੇਪੀ ਤੋਂ ਆਏ ਸੀ, ਕੁਝ ਸਮੇਂ ਬਾਅਦ ਹੀ ਉਹਨਾਂ ਦਾ ਜਿਹੜਾ ਮੰਤਰਾਲਿਆ ਸ਼ਿਫਟ ਕਰ ਦਿੱਤਾ ਗਿਆ ਮੰਤਰੀ ਮੰਡਲ ਚੋਂ। ਉਹਨਾਂ ਨੇ ਨਵੀਂ ਜਿਹੜੀ ਪਾਰਟੀ ਸੀ, ਨਵਾਂ ਜਿਹੜਾ ਉਹਨਾਂ ਨੂੰ ਅਹੁਦਾ ਮਿਲਿਆ ਸੀ, ਉਹ ਸਵੀਕਾਰ ਨਹੀਂ ਕੀਤਾ ਤੇ ਉਸ ਤੋਂ ਬਾਅਦ ਉਹ ਕਾਫੀ ਲੰਬਾ ਸਮਾਂ ਹਾਸ਼ੀਏ ਤੇ ਰਹੇ। ਹੁਣ ਜਦੋਂ ਚੋਣਾਂ ਨੇੜੇ ਆਈਆਂ ਤੇ ਉਹ ਜਿਹੜਾ ਰੌਲਾ ਸੀ ਉਹ ਬਹੁਤ ਵੱਧ ਗਿਆ। ਹੁਣ ਹਾਈ ਕਮਾਂਡ ਨੇ ਵੀ ਪਹਿਲਾਂ ਹਰੀਸ਼ ਰਾਵਤ ਜੀ ਇਕੱਲੇ ਦੇਖਦੇ ਸੀ, ਫਿਰ 3 ਮੈਂਬਰੀ ਹੋਈ ਤੇ ਹੁਣ ਫਿਰ ਕਿੱਥੇ ਤੱਕ ਗੱਲ ਪਹੁੰਚੀ ਹੈ ਜੀ? ਉਹ ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ, ਫੈਸਲੇ ਸੁਣਦਿਆਂ ਸੁੱਕ ਗਏ। ਹਾਲਾਂਕਿ ਕੋਈ ਬਹੁਤੀ ਲਾਗੂ ਨਹੀਂ ਹੁੰਦੀ, ਅੰਦਰੂਨੀ ਲੜਾਈ ਹੈ ਜੀ, ਕੋਈ ਬਾਕੀਆਂ ਦਾ ਬਹੁਤਾ ਸਰੋਕਾਰ ਨਹੀਂ ਇਹਨਾਂ ਗੱਲਾਂ ਨਾਲ। ਬਿਲਕੁਲ। ਵਿਸਲ ਬਲੋਰ ਸਿੱਧੂ ਸਾਹਿਬ ਨੇ ਬਿਲਕੁਲ ਗੱਲ ਤੇ ਉਹਨਾਂ ਨੇ ਛੇੜੀ ਹੈ ਤੇ ਉਹਨਾਂ ਨੇ ਜ਼ਿਆਦਾ ਉੱਚੀ ਉਹਨਾਂ ਨੇ ਰੌਲਾ ਪਾਇਆ ਕਿ ਦੇਖੋ ਕੀ ਹੋ ਰਿਹਾ, ਆ ਗੱਲਾਂ ਕਿੱਥੇ ਗਈਆਂ ਸਾਰੀਆਂ।
ਪ੍ਰਗਟ ਸਿੰਘ ਬੋਲੇ ਨੇ, ਸ਼ਮਸ਼ੇਰ ਸਿੰਘ ਦੂਲੋ ਨੇ, ਪ੍ਰਤਾਪ ਸਿੰਘ ਬਾਜਵਾ, ਸੁਖਜਿੰਦਰ ਰੰਧਾਵਾ, ਚਰਨਜੀਤ ਸਿੰਘ ਚੰਨੀ, ਤੇ ਫਿਰ ਥਾਂ ਥਾਂ ਤੋਂ ਆਵਾਜ਼ਾਂ, ਜਿਹੜਾ ਪਾਸਾ ਵੇਖੋ ਉਧਰੋਂ ਹੀ ਆਵਾਜ਼ਾਂ ਨਿਕਲਦੀਆਂ ਆ ਰਹੀਆਂ ਸਨ ਜੀ। ਤੇ ਕਈ ਅਜਿਹੇ ਸਾਡੇ ਆਗੂ ਨੇ ਪੰਜਾਬ ਕਾਂਗਰਸ ਦੇ ਵਿੱਚ ਜਿਹੜੇ ਚੁੱਪ ਗੁੜੁੱਪ ਰਹੇ ਨੇ ਪਹਿਲੇ ਦਿਨ ਤੋਂ, ਤੇ ਅੱਜ ਵੀ ਚੁੱਪ ਗੁੜੁੱਪ ਨੇ ਜੀ। ਦੋ ਨਾਮ ਮੈਂ ਜੇ ਲੈਣੇ ਵੀ ਚਾਹਾਂ, ਮਨਪ੍ਰੀਤ ਸਿੰਘ ਬਾਦਲ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ। ਉੱਦਾਂ ਵੈਸੇ ਬਹੁਤ ਖਬਰਾਂ 'ਚ ਰਹਿੰਦੇ ਨੇ, ਚਰਚਾ 'ਚ ਰਹਿੰਦੇ ਨੇ, ਪਰ ਇਸ ਮਾਮਲੇ ਤੇ ਬੋਲੇ ਨਹੀਂ ਕੁਝ ਵੀ। ਬਿਲਕੁਲ। ਹੁਣ ਇਹ ਜਿਹੜੇ 3 ਮੈਂਬਰੀ ਪੈਨਲ ਜਿਹਦੀ ਤੁਸੀਂ ਗੱਲ ਕੀਤੀ ਹੈ, ਇਹ ਬਣਾਇਆ ਗਿਆ, ਉਹਨਾਂ ਨੇ ਸਾਰਿਆਂ ਨੂੰ ਮਿਲ ਕੇ ਦਿੱਲੀ ਵਿੱਚ ਪੇਸ਼ੀ ਕਰਵਾ ਕੇ ਤੇ ਇੱਕ ਰਿਪੋਰਟ ਤਿਆਰ ਕਰ ਲਈ ਜੀ, ਤੇ ਰਿਪੋਰਟ ਉਹ ਸੌਂਪ ਦਿੱਤੀ ਹੈ। ਕੈਪਟਨ ਅਮਰਿੰਦਰ ਸਿੰਘ ਦੀ ਵੀ ਪੇਸ਼ੀ ਹੋਈ ਹੈ। ਬਿਲਕੁਲ। ਭਾਵੇਂ ਕਿ ਮੈਨੂੰ ਲੱਗਦਾ ਨਹੀਂ ਕਿ ਜਿਸ ਤਰ੍ਹਾਂ ਦਾ ਉਹਨਾਂ ਦਾ ਕੰਮਕਾਜ ਕਰਨ ਦਾ ਤਰੀਕਾ ਹੈ ਕਿ ਉਹਨਾਂ ਨੂੰ ਪੇਸ਼ੀ ਹੋਈ ਹੋਵੇਗੀ। ਬਿਲਕੁਲ। ਉਹ ਕੁਛ ਨਾ ਕੁਛ ਆਖ ਕੇ ਤੇ ਆਏ ਨੇ, ਉੱਥੇ ਜਾਣਾ ਤਾਂ ਪਿਆ ਨਾ ਉਹਨਾਂ ਨੂੰ ਜੀ। ਤੇ ਜਾਣ ਤੋਂ ਪਹਿਲਾਂ ਜਿਹੜਾ ਉਹਨਾਂ ਨੇ 3 ਬੰਦੇ ਸ਼ਾਮਲ ਕੀਤੇ, ਉਹਨਾਂ ਦਾ ਵੀ ਤੁਹਾਨੂੰ ਪਤਾ। ਮੈਂ ਇਹੀ ਕਹਿਣ ਲੱਗਾ ਸੀ, ਉਹ ਤੇ ਇਧਰੋਂ ਦੱਸਣ ਗਏ ਸੀ ਕਿ ਮੈਂ ਇੱਥੇ ਕਾਂਗਰਸ ਹੋਰ ਸਟਰੋਂਗ ਕਰ ਲਈ ਆ, ਬੰਦੇ 3 ਲੈ ਆਂਦੇ ਨੇ ਜੀ। ਤੇ ਉਹ ਜਿਹੜੀ ਰਿਪੋਰਟ ਹੈ ਹੁਣ ਉਹ ਬੀਬੀ ਸੋਨੀਆ ਗਾਂਧੀ ਤੱਕ ਪਹੁੰਚ ਗਈ ਤੇ ਉਹਨਾਂ ਨੇ 20 ਜੂਨ ਨੂੰ ਜਿਹੜਾ ਉਹ ਸਾਰਿਆਂ ਨੂੰ ਫੇਰ ਸੱਦ ਲਿਆ ਜੀ। ਤੇ ਜਿਨ੍ਹਾਂ ਨੂੰ ਸੱਦਿਆ ਗਿਆ ਉਹਨਾਂ ਵਿੱਚ ਫੇਰ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਦੇ ਨਾਂ ਦੀ ਚਰਚਾ ਹੈ, ਤੇ 1-2 ਨਾਂ ਕੁਝ ਹੋਰ ਵੀ ਹੋ ਸਕਦੇ ਨੇ ਜੀ। ਇਸ ਤੋਂ ਇਲਾਵਾ ਜਿਹੜੇ ਕੁਝ ਅੰਦਰ ਖਾਤੇ ਮੀਟਿੰਗਾਂ ਦਾ ਦੌਰ ਹੈ ਉਹ ਅਜੇ ਵੀ ਚੱਲ ਰਿਹਾ ਜੀ, ਪਰ ਨਵਜੋਤ ਸਿੰਘ ਸਿੱਧੂ ਲਗਾਤਾਰ ਚੁੱਪ ਨੇ। ਹੁਣ ਇਸ ਦੇ ਸੰਭਾਵੀ ਤੌਰ ਤੇ ਕੀ ਨਤੀਜੇ ਨਿਕਲ ਸਕਦੇ ਨੇ, ਮੈਂ ਇੱਕ ਉਦਾਹਰਨ ਪੇਸ਼ ਕਰਨੀ ਚਾਹਾਂ ਜੀ ਕਿ 2 ਬੱਚੇ ਸਕੂਲ ਦੇ ਵਿੱਚ ਆਪਸ ਵਿੱਚ ਖੇਡਦੇ ਹੋਣ, ਲੜ ਪੈਣ, ਜਾਂ ਉਹ ਦੋਨਾਂ ਦੀ ਸ਼ਿਕਾਇਤ ਆਵੇ ਜੀ ਅਧਿਆਪਕ ਦੇ ਕੋਲ ਜਾਂ ਹੈਡਮਾਸਟਰ ਦੇ ਕੋਲ, ਤੇ ਹੈਡਮਾਸਟਰ ਨੇ ਨਿਤਾਰਾ ਕਰਨਾ ਹੁੰਦਾ ਹੈ ਕਿ ਦੋਵਾਂ ਵਿੱਚੋਂ ਗਲਤੀ ਕਿਹਦੀ ਹੈ ਜੀ। ਤੇ ਉਹ ਫਿਰ ਉਹਨੂੰ ਕਹਿੰਦੇ ਨੇ ਕਿ ਦੇਖੋ ਜਿਹਦੀ ਤੇ ਗਲਤੀ ਹੋਵੇ ਉਹਨੂੰ ਕਹਿੰਦੇ ਕਿ ਤੂੰ ਇੱਥੇ ਕੰਨ ਫੜ ਲੈ, ਤੇ ਦੂਸਰੇ ਨੂੰ ਕਹਿੰਦੇ ਕਿ ਤੂੰ ਜਾ ਜੀ। ਤੇ ਜੇ ਹੈਡਮਾਸਟਰ ਨੂੰ ਇਹ ਲੱਗੇ ਜੀ ਕਿ ਇਹ ਤੇ ਦੋਵੇਂ ਖਰਾਬ ਨੇ, ਦੋਵੇਂ ਵਿਗੜੇ ਹੋਏ, ਤੇ ਦੋਨਾਂ ਨੂੰ ਕਹਿਣਗੇ ਵੀ ਭਾਈ ਇੱਕ ਦੂਜੇ ਦੇ ਮੂੰਹ ਤੇ 2-2 ਚਪੇੜਾਂ ਮਾਰੋ ਤੇ ਫਿਰ ਤੁਸੀਂ ਜਾਓ, ਤੁਹਾਨੂੰ ਅਕਲ ਆਵੇ ਦੋਨਾਂ ਨੂੰ। ਤੇ ਤੀਸਰੀ ਸੂਰਤ ਇਹ ਹੋ ਸਕਦੀ ਹੈ ਕਿ ਉਹ ਕਹਿਣ ਵੀ ਇਹ ਬੰਦੇ ਦੋਨੇ ਠੀਕ ਨੇ, ਕੋਈ ਵਾਪਸੀ ਇਹਨਾਂ ਦੀ ਕੋਈ ਗਲਤਫਹਿਮੀ ਹੋ ਗਈ ਹੈ, ਆਓ ਜਰਾ ਦੋਨੇ ਜਣੇ ਜੱਫੀ ਪਾਓ ਮੇਰੇ ਸਾਹਮਣੇ, ਇੱਕ ਦੂਸਰੇ ਨਾਲ ਹੱਥ ਮਿਲਾਓ ਤੇ ਫਿਰ ਜਾਓ। ਬਿਲਕੁਲ। ਹੁਣ ਇਹਨਾਂ ਇਸ ਕੇਸ ਦੇ ਵਿੱਚ ਤਿੰਨਾਂ ਵਿੱਚੋਂ ਕਿਹੜੀ ਸੂਰਤ ਲੱਗਦੀ ਤੁਹਾਨੂੰ? ਤੁਸੀਂ ਜਾਣਦੇ ਹੋ ਸੱਚ ਬੋਲੇ ਤੇ ਭਾਂਬੜ ਮੱਚਦਾ ਆ। ਮੈਨੂੰ ਇਹ ਲੱਗਦਾ ਕਿ ਮਾਸਟਰ 'ਚ ਵੀ ਉਹ ਗੱਲਬਾਤ ਹੈ ਨਹੀਂ ਹੁਣ, ਪਰ ਉਹਨਾਂ ਨੂੰ ਕੋਈ ਤਾਂ ਕਰਨਾ ਪਏਗਾ। ਮੈਨੂੰ ਲੱਗਦਾ ਕਿ ਤੀਸਰੀ ਆਪਸ਼ਨ ਹੀ ਹੈ ਜੀ, ਇਹ ਜੱਫੀਆਂ ਪਾਉਣ ਵਾਲੀ ਰਾਜਨੀਤੀ ਹੋਵੇਗੀ। ਬਿਲਕੁਲ। ਮੋਸਟਲੀ ਇਸ ਵਿੱਚੋਂ ਨਿਕਲਣਾ ਬਹੁਤਾ ਪੰਜਾਬ ਵਾਸੀਆਂ ਵਾਸਤੇ ਕੁਝ ਨਹੀਂ। ਬਿਲਕੁਲ। ਉਹ ਇਸ ਕਰਕੇ ਕਿ ਇਹ ਪਹਿਲਾਂ ਵੀ ਇਸ ਵਾਰੀ ਇਸ ਤਰ੍ਹਾਂ ਦਾ ਕਈ ਵਾਰੀ ਹੋਇਆ। ਬਿਲਕੁਲ। ਤੇ ਕੀ ਉਹਦੇ ਤੱਕ ਗੱਲ ਸੀਮਤ ਹੁੰਦੀ ਹੈ? ਜਿਹੜੇ ਮੁੱਦੇ ਨਵਜੋਤ ਸਿੰਘ ਸਿੱਧੂ ਨੇ ਉਠਾਏ ਸੀ ਉਹ ਕਿੱਥੇ ਜਾਣਗੇ? ਬਿਲਕੁਲ। ਨਵਜੋਤ ਸਿੰਘ ਸਿੱਧੂ ਨੇ ਜਿਸ ਪੱਧਰ ਦੀ ਗੱਲ ਕੀਤੀ, ਪ੍ਰਗਟ ਸਿੰਘ ਨੇ ਜਿਸ ਪੱਧਰ ਦੀ ਗੱਲਬਾਤ ਕੀਤੀ ਹੈ, ਉਹ ਉਹਨਾਂ ਦਾ ਕੀ ਬਣੇਗਾ? ਕੀ ਨਵਜੋਤ ਸਿੰਘ ਸਿੱਧੂ ਨੇ ਜਿਹੜੀ ਗੱਲ ਕੀਤੀ ਸੀ, ਜੇ ਆਪਸੀ ਸਹਿਮਤੀ ਕੋ ਬਣ ਜਾਂਦੀ ਹੈ, ਜਾਂ ਉਪ ਮੁੱਖ ਮੰਤਰੀ ਦਾ ਜਾਂ ਪਾਰਟੀ ਪ੍ਰਧਾਨ ਤੇ ਕੈਪਟਨ ਅਮਰਿੰਦਰ ਸਿੰਘ ਮੰਨਦੇ ਨਹੀਂ, ਜੇ ਇਸ ਤਰ੍ਹਾਂ ਦਾ ਕੋਈ ਅਹੁਦਾ ਨਵਜੋਤ ਸਿੰਘ ਸਿੱਧੂ ਦੀ ਝੋਲੀ ਆਉਣ ਵਾਲੇ ਦਿਨਾਂ ਦੇ ਵਿੱਚ ਪੈ ਜਾਂਦਾ 6-7 ਮਹੀਨਿਆਂ ਵਾਸਤੇ, ਤੇ ਕੀ ਸੁਧਾਰ ਹੋ ਜਾਵੇਗਾ ਉਹਨਾਂ? ਬਿਲਕੁਲ। ਸਿੱਟ ਨੇ ਤੇ ਬਾਦਲ ਸਾਹਿਬ ਨੂੰ ਬੁਲਾ ਲਿਆ ਤੇ ਉਹਨਾਂ ਨੇ ਕਿਹਾ ਕਿ ਮੇਰੀ ਸਿਹਤ ਖਰਾਬ ਹੈ, ਮੈਂ ਨਹੀਂ ਜਾਣਾ ਜੀ। ਭਗਵੰਤ ਮਾਨ ਆਖਦੇ ਨੇ ਕਿ ਦੇਖੋ ਜਦੋਂ ਬੀਬੀ ਮਾਇਆਵਤੀ ਨਾਲ ਫੋਨ ਤੇ ਗੱਲ ਹੁੰਦੀ ਹੈ ਤੇ ਕਹਿੰਦੇ ਮੇਰੀ ਸਿਹਤ ਬਹੁਤ ਵਧੀਆ, ਤੇ ਸਿੱਟ ਨੇ ਬੁਲਾਇਆ ਤੇ ਕਹਿੰਦੇ ਮੈਂ ਬਿਮਾਰ ਹਾਂ ਜੀ। ਤੇ ਹੁਣ ਉਹਨਾਂ ਦੇ ਕਹਿੰਦੇ ਨੇ ਕਿ ਆਨਲਾਈਨ ਜਾਂ ਸਿੱਟ ਉੱਥੇ ਜਾ ਕੇ ਉਹਨਾਂ ਦੇ ਕੋਲ ਪੁੱਛ ਪੜਤਾਲ ਕਰੇਗੀ ਜੀ। ਖੈਰ ਬਜ਼ੁਰਗ ਸਿਆਸਤਦਾਨ ਨੇ, ਕੋਈ ਇਹੋ ਜੀ ਗੱਲ ਹੋ ਵੀ ਸਕਦੀ ਹੈ। ਇੱਥੇ ਤੇ ਚੰਗੇ ਭਲੇ ਲੰਮੇ ਪੈ ਕੇ ਕਈ ਵਾਰੀ ਇਨਕਾਰ ਕਰ ਜਾਂਦੇ ਨੇ ਜਾਣ ਤੋਂ, 100 ਬਹਾਨੇ ਲਾਏ ਜਾਂਦੇ ਨੇ। ਬਿਲਕੁਲ। ਹੁਣ ਇਹੋ ਜਿਹੀਆਂ ਗੱਲਾਂ ਨੇ। ਪੰਜਾਬ ਦੇ ਵਿੱਚ ਸਿਆਸਤ ਜਿਹੜੀ ਹੈ ਉਹ ਇਸ ਵੇਲੇ ਚਰਮ ਸੀਮਾ ਤੇ ਪਹੁੰਚੀ ਹੋਈ ਹੈ, ਕਾਂਗਰਸ ਦੀ ਅੰਦਰੂਨੀ ਜੀ। ਤੇ ਸਿਆਸਤ ਗਰਮਾਈ ਇਸ ਕਰਕੇ ਹੋਈ ਹੈ ਕਿ ਬਹੁਜਨ ਸਮਾਜ ਪਾਰਟੀ ਨਾਲ ਅਕਾਲੀ ਦਲ ਦਾ ਅਲਾਇੰਸ ਹੋ ਗਿਆ ਹੈ। ਬਿਲਕੁਲ। ਤੇ ਹਰ ਕੋਈ ਜਿਹੜਾ ਹੈ ਉਸ ਅਲਾਇੰਸ ਨੂੰ ਭੰਡਣ ਦੇ ਚੱਕਰ ਦੇ ਵਿੱਚ ਹੈ, ਕਾਂਗਰਸੀ ਖੇਮੇ ਵੱਲੋਂ ਤੇ ਆਮ ਆਦਮੀ ਪਾਰਟੀ ਵੱਲੋਂ। ਤੇ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦਾ ਨਵਾਂ ਅਲਾਇੰਸ ਜਿਹੜਾ ਹੈ ਉਹ ਸਰਕਾਰ ਦੇ ਵੱਲ ਨੂੰ ਜਿਹੜਾ ਇਸ ਵੇਲੇ ਪੂਰੀਆਂ ਤੋਪਾਂ ਉਹਨਾਂ ਨੇ ਸਿੱਧੀਆਂ ਕੀਤੀਆਂ ਹੋਈਆਂ ਨੇ। ਤੇ ਵੱਡੀ ਗਲਤੀ ਕੀਤੀ ਹੈ ਰਵਨੀਤ ਬਿੱਟੂ ਨੇ, ਜਿਹੜੀ ਉਹਨਾਂ ਨੇ ਕੋਈ ਬਿਆਨਬਾਜ਼ੀ ਇਸ ਤਰ੍ਹਾਂ ਦੀ ਕੀਤੀ ਹੈ, ਜਿਸ ਕਰਕੇ ਕਾਂਗਰਸ ਨੂੰ ਬੈਕਫੁੱਟ ਤੇ ਹੋਣਾ ਪਿਆ ਜੀ। ਹੁਣ ਇਹ ਸਾਰੀਆਂ ਗੱਲਾਂ ਹੋ ਰਹੀਆਂ ਨੇ, ਪਰ ਇਹਦੇ ਵਿੱਚੋਂ ਕੁਝ 1-2 ਇੰਟਰਸਟਿੰਗ ਫੈਕਟ ਮੈਂ ਉਹ ਤੁਹਾਡੇ ਨਾਲ ਸਾਂਝੇ ਕਰ ਸਕਦਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਵਾਸਤੇ 1-2 ਨਾਮ ਜਿਹੜੇ ਆ ਰਹੇ ਨੇ, ਉਹਨਾਂ ਵਿੱਚ ਮਨੀਸ਼ ਤਿਵਾੜੀ ਦਾ ਨਾਮ ਵੀ ਆ ਰਿਹਾ ਕਿ ਉਹਨਾਂ ਨੂੰ ਵੀ ਪੰਜਾਬ ਕਾਂਗਰਸ ਦੇ ਇੰਚਾਰਜ ਜਾਂ ਪ੍ਰਧਾਨ ਦਾ ਅਹੁਦਾ ਮਿਲ ਸਕਦਾ ਹੈ, ਤੇ ਸੁਨੀਲ ਜਾਖੜ ਦੀ ਉਸ ਅਹੁਦੇ ਤੋਂ ਛੁੱਟੀ ਹੋ ਸਕਦੀ ਹੈ। ਪਰ ਸੁਨੀਲ ਜਾਖੜ ਨੂੰ ਪਾਸੇ ਕਰਕੇ ਉਹ ਜਿਹੜੀ ਇੱਕ ਉਹਨਾਂ ਨੂੰ ਖੁੱਲ੍ਹੇ ਛੱਡਣਾ ਵੀ ਕਾਂਗਰਸ ਵਾਸਤੇ ਇਹ ਕਿੰਨਾ ਕੁ ਫਾਇਦੇਮੰਦ ਜਾਂ ਲਾਭਦਾਇਕ ਹੋਵੇਗਾ ਤੇ ਨੁਕਸਾਨਦਾਇਕ ਹੋਵੇਗਾ, ਇਹ ਕਾਂਗਰਸ ਵਾਲਿਆਂ ਨੂੰ ਵੀ ਸ਼ਾਇਦ ਅੰਦਾਜ਼ਾ ਨਹੀਂ। ਪਰ ਇਸ ਤਰ੍ਹਾਂ ਦੇ ਪਹਿਲੇ ਪ੍ਰਧਾਨ ਕਈ ਹਨ। ਪ੍ਰਤਾਪ ਸਿੰਘ ਬਾਜਵਾ ਦਾ ਨਾਮ ਵੀ ਦੁਬਾਰਾ ਆ ਰਿਹਾ, ਪਰ ਮੈਨੂੰ ਲੱਗਦਾ ਨਹੀਂ। ਜੇ ਮਾਝੇ ਖੇਤਰ ਨੂੰ ਕੈਪਚਰ ਕਰਨਾ ਤੇ ਸ਼ਾਇਦ ਉਹਨਾਂ ਦਾ ਨਾਮ ਦੁਬਾਰਾ ਆ ਵੀ ਜਾਵੇ। ਇਸ ਵੇਲੇ 6-7 ਪ੍ਰਧਾਨ ਸਾਬਕਾ ਤੇ ਕਾਂਗਰਸ ਵਿੱਚ ਹਨ। ਬਿਲਕੁਲ। ਤੇ ਜਿਹੜੇ ਨਹੀਂ ਵੀ ਨੇ
ਉਹ ਆਪਣੇ ਆਪ ਨੂੰ ਪ੍ਰਧਾਨ ਤੋਂ ਘੱਟ ਨਹੀਂ ਸਮਝਦੇ। ਬਿਲਕੁਲ। ਤੇ ਕਾਂਗਰਸ ਦੀ ਇਸ ਵੇਲੇ ਸਥਿਤੀ ਜਿਹੜੀ ਹੈ ਪੰਜਾਬ ਦੇ ਵਿੱਚ, ਉਹ ਇਸ ਪੱਖੋਂ ਜ਼ਰੂਰ ਮਜ਼ਬੂਤ ਹੈ ਕਿ ਉਹਨਾਂ ਦੇ ਮਜ਼ਬੂਤ ਵਿਰੋਧੀ ਧਿਰ ਉਹਨਾਂ ਦੇ ਕੋਲ, ਉਹਨਾਂ ਦੇ ਦੂਸਰੇ ਪਾਸੇ ਅਜੇ ਤੱਕ ਨਹੀਂ ਹੈ। ਅਕਾਲੀ ਅਜੇ ਤੱਕ ਕਿਸਾਨ ਅੰਦੋਲਨ ਤੇ ਬੇਅਦਬੀ ਦੀਆਂ ਘਟਨਾਵਾਂ ਦੇ ਜੇ ਸਾਰੇ ਘਟਨਾਕ੍ਰਮ ਦੇ ਚੱਲਦਿਆਂ ਆਪਣੇ ਪੈਰ ਲਾਉਣ ਦੀ ਯਤਨ ਕਰ ਰਹੇ ਨੇ, ਭਾਵੇਂ ਕਿ ਕੁਝ ਉਮੀਦਵਾਰ ਵੀ ਐਲਾਨ ਚੁੱਕੇ ਨੇ। ਤੇ ਬਹੁਜਨ ਸਮਾਜ ਪਾਰਟੀ ਆਪਣਾ ਆਧਾਰ ਲੱਭਣ ਦਾ ਯਤਨ ਕਰ ਰਹੀ ਹੈ ਤੇ ਆਮ ਆਦਮੀ ਪਾਰਟੀ ਜਿਹੜਾ ਹੈ ਉਹ ਇੱਕ ਵਾਰੀ ਜੋ ਬੱਲੇ ਬੱਲੇ ਉਹਨਾਂ ਦੀ ਹੋਈ ਸੀ, ਉਹ ਆਧਾਰ ਇੱਕ ਵਾਰੀ ਲੋਕਾਂ 'ਚ ਗਵਾ ਚੁੱਕੀ ਹੈ ਤੇ ਪਰ ਦੁਬਾਰਾ ਉਸ ਨੂੰ ਹਾਸਲ ਕਰਨ ਦਾ ਯਤਨ ਕਰ ਰਹੀ ਹੈ, ਆਪਣੀ ਗਰਾਊਂਡ ਜਿਹੜੀ ਹੈ ਉਹ ਬਣਾ ਰਹੀ। ਇੱਕ ਰੌਲਾ ਇਸ ਗੱਲ ਦਾ ਵੀ ਆ ਕਿ ਜਿਵੇਂ ਕਿ ਬੀਜੇਪੀ ਨੇ ਜਦੋਂ ਇਲੈਕਸ਼ਨ ਦੀ ਗੱਲ ਕੀਤੀ, ਉਹਨਾਂ ਨੇ ਕਿਹਾ ਕਿ ਅਸੀਂ ਮੁੱਖ ਮੰਤਰੀ ਦਲਿਤ ਬਣਾਵਾਂਗੇ, ਤੇ ਸੁਖਬੀਰ ਸਿੰਘ ਬਾਦਲ ਵੀ ਐਲਾਨ ਗਿਆ ਸੀ ਕਿ ਅਸੀਂ ਡਿਪਟੀ ਮੁੱਖ ਮੰਤਰੀ ਦਲਿਤ ਬਣਾਵਾਂਗੇ। ਹੁਣ ਰੌਲਾ ਇਹ ਵੀ ਆ ਕਿ ਸ਼ਾਇਦ ਕਾਂਗਰਸ ਵਾਲੇ ਪ੍ਰਧਾਨ ਹੀ ਦਲਿਤ ਲਾ ਦੇਣ ਕੋਈ। ਤੇ ਇੱਕ ਜਿਹੜੀ ਦੂਸਰੀ ਗੱਲ ਤੁਸੀਂ ਦੱਸੀ ਕਿ ਮੁੱਦੇ ਜਾਇਜ਼ ਨੇ, ਪਰ ਮੁੱਦਿਆਂ ਨੂੰ ਉਠਾਉਣ ਦਾ ਮਸਲਾ ਤੇ ਮੁੱਦਿਆਂ ਨੂੰ ਉਠਾਉਣ ਦਾ ਸਮਾਂ ਤੇ ਮੁੱਦਿਆਂ ਤੋਂ ਜਸਟੀਫਾਈ ਹੋਣ ਦਾ ਮਸਲਾ ਸਿਰਫ ਅਹੁਦੇ ਲੈਣ ਤੱਕ ਰਹਿ ਗਿਆ। ਹੋ ਜਾਂਦੀ ਇਸ ਤਰ੍ਹਾਂ, ਲੱਗਦਾ ਇਸੇ ਤਰ੍ਹਾਂ ਹੀ ਜੀ। ਨਵਜੋਤ ਸਿੰਘ ਸਿੱਧੂ ਤੋਂ ਹਾਲਾਂਕਿ ਉਮੀਦਾਂ ਨੇ, ਬਿਲਕੁਲ, ਪਰ ਇਹ ਗੱਲ ਬਾਰ-ਬਾਰ ਸਾਫ਼ ਹੋ ਰਹੀ ਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਵਿੱਚ ਭਾਵੇਂ ਕਿਸੇ ਕਪੈਸਿਟੀ 'ਚ ਹੀ ਰਹਿਣ ਜੀ, ਤੇ ਉਹਨਾਂ ਨੇ ਵਾਪਸ ਸ਼ਾਇਦ ਹੋਰ ਕਿਸੇ ਪਾਰਟੀ ਵਿੱਚ ਨਾ ਜਾਣ ਦਾ ਜਿਹੜਾ ਫੈਸਲਾ ਕੀਤਾ ਹੋਇਆ, ਜਾਂ ਉਹਨਾਂ ਨੇ ਇਹ ਆਖਿਆ ਗਿਆ ਕਿ ਉਹ ਖੁਦ ਕਹਿੰਦੇ ਨੇ ਕਿ ਮੇਰਾ ਵਾਅਦਾ ਹੈ ਗਾਂਧੀ ਪਰਿਵਾਰ ਦੇ ਨਾਲ ਕਿ ਮੈਂ ਕਾਂਗਰਸ ਪਾਰਟੀ ਹੁਣ ਛੱਡਣੀ ਨਹੀਂ ਹੈ ਤੇ ਕਾਂਗਰਸ ਪਾਰਟੀ ਦਾ ਹੀ ਪੱਕਾ ਮੈਂ ਮੈਂਬਰ ਹਾਂ। ਤੇ ਜਿਵੇਂ ਪਟਿਆਲੇ ਉਹਨਾਂ ਨੇ ਡੇਰੇ ਲਾ ਲਏ ਨੇ, ਉਹ ਲੌਂਗ ਟਰਮ ਸੋਚ ਰਹੇ ਨੇ ਤੇ ਹੋ ਸਕਦਾ ਕਿ ਅਹੁਦਾ ਉਹ ਵੀ ਨਾ ਛੋਟਾ ਮੋਟਾ ਕਬੂਲ ਕਰਨ, ਕਿਉਂਕਿ ਮੰਤਰੀ ਮੰਡਲ ਦੇ ਅਹੁਦੇ ਤੋਂ ਅਸਤੀਫਾ ਸੱਜੇ ਕੀਤੇ ਕੋਈ ਦਿੰਦਾ ਨਹੀਂ ਹੈ ਜੀ। ਕੋਈ ਗੱਲਾਂ ਤਾਂ ਠੋਸ ਹੋਈਆਂ ਹੋਣਗੀਆਂ ਜਿਨ੍ਹਾਂ ਕਰਕੇ ਦਿੱਤਾ ਹੈ। ਬਿਲਕੁਲ ਜੀ। ਤੇ ਉਹਨਾਂ ਨੇ ਇਹ ਖੈਰ ਇਮੋਸ਼ਨਲ ਡਿਸੀਜਨ ਵੀ ਕਈ ਵਾਰੀ ਲੈ ਜਾਂਦੇ ਨੇ। ਬਿਲਕੁਲ, ਨਵਜੋਤ ਸਿੰਘ ਸਿੱਧੂ ਤੇ ਇੰਨੇ ਇਮੋਸ਼ਨ ਨਾਲ ਇਸ ਤਰ੍ਹਾਂ ਦਾ ਅਸਤੀਫਾ ਦੇ ਕੇ ਉਦੋਂ ਤੇ ਹੁਣ ਕੋਈ ਹੋਰ ਅਹੁਦਾ ਲੈ ਲੈਣਾ, ਇਹ ਸਿਆਣਪ ਨਹੀਂ ਹੋਵੇਗੀ ਜੀ। ਅਸਤੀਫਾ ਤੇ ਹਰਸਿਮਰਤ ਕੌਰ ਬਾਦਲ ਨੇ ਵੀ ਦਿੱਤਾ ਸੀ। ਤੁਸੀਂ ਸਾਰੀਆਂ ਧਿਰਾਂ ਦੀ ਗੱਲ ਕੀਤੀ ਤੇ ਪੰਜਾਬ ਦੇ ਵਿੱਚ ਤੁਸੀਂ ਬੀਜੇਪੀ ਦੀ ਗੱਲ ਨਹੀਂ ਕੀਤੀ। ਭਾਜਪਾ ਦੀ ਸਥਿਤੀ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਹਾਸੋਹੀਣੀ ਬਣੀ ਹੋਈ ਹੈ ਪਿਛਲੇ 6-7 ਮਹੀਨਿਆਂ ਤੋਂ ਜੀ। ਹਾਸੋਹੀਣੀ ਇਸ ਕਰਕੇ ਅਮਰਤ ਜੀ ਕਿ ਉਹਨਾਂ ਦੇ ਇੱਕ ਦੋ ਆਗੂ ਨੇ, ਉਹ ਤੇ ਜਿਵੇਂ ਉਹ ਮੀਡੀਆ ਵਾਲਿਆਂ ਨੂੰ ਜਿਵੇਂ ਕੋਈ ਉਹਨਾਂ ਨੂੰ ਕੋਈ ਮਸਾਲਾ ਚਾਹੀਦਾ ਹੋਵੇ ਤੇ ਉਹ ਮਾਈਕ ਲੈ ਕੇ ਉੱਥੇ ਪਹੁੰਚ ਜਾਂਦੇ ਨੇ ਤੇ ਅੱਗੋਂ ਫਿਰ ਉਹ ਲਗਾਤਾਰ ਬੋਲਦੇ ਜਾਂਦੇ ਨੇ, ਨਾਮ ਕੀ ਲੈਣਾ। ਪਰ ਚਲੋ ਉਹ ਇਸ ਤਰ੍ਹਾਂ ਦਾ ਫਿਰ ਲੋਕਾਂ ਦੇ ਕਮੈਂਟਸ ਜਿਹੜੇ ਆਉਂਦੇ ਨੇ ਜਾਂ ਰਿਐਕਸ਼ਨ ਜਿਹੜੇ ਆਉਂਦੇ ਨੇ ਉਹ ਦੇਖਣ ਵਾਲੇ ਹੁੰਦੇ ਨੇ। ਬਿਲਕੁਲ। ਹੁਣ ਸੁਰਜੀਤ ਕੁਮਾਰ ਜੈਣੀ ਨੂੰ ਭੱਜਣਾ ਪਿਆ ਇੱਕ ਜਗ੍ਹਾ ਤੇ, ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਦੇ ਹੋਏ ਉਹਨਾਂ ਨੇ ਗੱਡੀ ਦੇ ਵਿੱਚ ਬੈਠ ਕੇ ਤੇ ਉਹਨਾਂ ਨੂੰ ਉੱਥੋਂ ਨਿਕਲਣਾ ਪਿਆ ਜੀ। ਤੇ ਉਹਨਾਂ ਦੇ ਖਿਲਾਫ ਨਾਅਰੇਬਾਜ਼ੀ ਹੋਈ ਹੈ ਤੇ ਲੋਕ ਉਹਨਾਂ ਦੇ ਮਗਰ ਪਏ ਨੇ, ਪੁਲਿਸ ਵੀ ਉੱਥੇ ਮੌਜੂਦ ਸੀ ਜੀ। ਇਸ ਤਰ੍ਹਾਂ ਦੀਆਂ ਘਟਨਾਵਾਂ ਹੋਰ ਕਈ ਜਗ੍ਹਾ ਤੇ ਹੋਈਆਂ ਨੇ, ਪਰ ਮੈਂ ਸਮਝਦਾ ਕਿ ਭਾਜਪਾ ਵੀ ਆਪਣਾ ਜਿਹੜਾ ਹੈ ਪੰਜਾਬ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਮੌਕਾ ਗਵਾਉਣ ਦੇ ਰੌਂਦ ਦੇ ਵਿੱਚ ਨਹੀਂ ਹੈ। ਬਿਲਕੁਲ। ਉਹਨਾਂ ਨੇ ਇਹ ਤੇ ਕੁਝ ਦਿਨ ਪਹਿਲਾਂ ਕਹਿ ਦਿੱਤਾ ਸੀ ਕਿ ਅਸੀਂ 117 ਦੀਆਂ 17 ਸੀਟਾਂ ਲੜਨੀਆਂ ਨੇ ਜੀ ਤੇ ਆਪਣੇ ਤੌਰ ਤੇ ਲੜਨੀਆਂ ਨੇ। ਹੁਣ ਉਹ ਕਿੱਥੋਂ ਲੜਦੇ ਨੇ ਜਾਂ ਉਹਨਾਂ ਨੂੰ ਕੀ ਹਾਸਲ ਹੁੰਦਾ ਹੈ ਜੀ, ਇਸ ਗੱਲ ਦਾ ਕੋਈ ਬਹੁਤਾ ਨਹੀਂ। ਤੇ ਹੁਣ ਭਾਜਪਾ ਦੇ ਵਿੱਚ ਪੰਜਾਬ ਦੇ ਵਿੱਚ ਸਿੱਖ ਚਿਹਰਿਆਂ ਨੂੰ ਅੱਗੇ ਕਰਨ ਵਾਸਤੇ ਉਹਨਾਂ ਨੇ ਕੁਝ ਲੋਕਾਂ ਨੂੰ ਅੱਗੇ ਲਿਆਂਦਾ ਜੀ, ਜਿਸ ਦੇ ਵਿੱਚ ਕੋਈ ਖਾਸ ਸ਼ਖਸੀਅਤਾਂ ਜਿਹੜੀਆਂ ਹਨ, ਇਹ ਕੇਂਦਰੀ ਮੰਤਰੀ ਗਜਿੰਦਰ ਸਿੰਘ ਸ਼ੇਖਾਵਤ ਦੀ ਹਾਜ਼ਰੀ ਦੇ ਵਿੱਚ ਭਾਜਪਾ ਦੇ ਵਿੱਚ ਸ਼ਾਮਲ ਹੋਈਆਂ ਨੇ। ਭਾਜਪਾ ਦੇ ਜਨਰਲ ਸਕੱਤਰ ਤੇ ਪੰਜਾਬ ਮਾਮਲੇ ਦੇ ਇੰਚਾਰਜ ਦੁਸ਼ਯੰਤ ਗੌਤਮ ਨੇ ਵੀ ਗੱਲ ਦੱਸੀ ਹੈ ਕਿ ਇਹਨਾਂ ਨੇਤਾਵਾਂ ਨੂੰ ਪਾਰਟੀ ਦੀ ਮੈਂਬਰਸ਼ਿਪ ਜਿਹੜੀ ਹੈ ਦਿੱਤੀ ਹੈ। ਹਾਲਾਂਕਿ ਇਹਨਾਂ ਵਿੱਚੋਂ ਇਕਬਾਲ ਸਿੰਘ ਲਾਲਪੁਰਾ ਦਾ ਜਿਹੜਾ ਨਾਮ ਹੈ ਉਹ ਪਹਿਲਾਂ ਹੀ ਉਹ ਮੈਂਬਰ ਨੇ ਭਾਜਪਾ ਦੇ ਤੇ ਕੌਮੀ ਸਪੋਕਸਮੈਨ ਨੇ ਉਹਨਾਂ ਦੇ। ਇਹਨਾਂ ਵਿੱਚ ਇੰਟਰਸਟਿੰਗ ਜਿਹੜੀਆਂ ਗੱਲਾਂ ਨੇ ਕਿ ਪ੍ਰਸਿੱਧ ਵਿਦਵਾਨ ਨੇ, ਪੰਜਾਬ ਦੇ ਵਿਦਵਾਨ ਅਖਵਾਉਂਦੇ ਨੇ ਤੇ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਜਸਵਿੰਦਰ ਸਿੰਘ ਢਿੱਲੋਂ, ਅੱਛਾ ਜੀ, ਔਰ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਹਰਿੰਦਰ ਸਿੰਘ ਕਾਲੋਂ, ਕੁਲਦੀਪ ਸਿੰਘ ਕਾਲੋਂ ਤੇ ਇੰਟੈਲੈਕਚੁਅਲ ਫਾਰਮਰ ਮੰਚ ਦੇ ਜਗਮੋਹਨ ਸਿੰਘ ਸੈਣੀ, ਨਿਰਮਲ ਸਿੰਘ ਮੋਹਾਲੀ ਤੇ ਕਰਨਲ ਜੈ ਬੰਸ ਸਿੰਘ ਜੀ, ਇਹ ਪ੍ਰਮੁੱਖ ਸ਼ਖਸੀਅਤਾਂ ਜਿਹੜੀਆਂ ਸਿੱਖ ਚਿਹਰੇ ਨੇ ਇਹ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਨੇ ਜੀ। ਔਰ ਭਾਜਪਾ ਦੇ ਵਿੱਚ ਇਹਨਾਂ ਨੂੰ ਜਿਹੜਾ ਹੈ ਵੈਲਕਮ ਆਖਿਆ ਗਿਆ ਤੇ ਇਹ ਅਗਾਂਹ ਦੀ ਰਣਨੀਤੀ ਕੀ ਹੋਵੇਗੀ ਭਾਜਪਾ ਦੀ, ਇਹਨਾਂ ਦੇ ਥਰੂ, ਇਹਨਾਂ ਵਿਅਕਤੀਆਂ ਦੇ ਥਰੂ ਚੱਲੇਗੀ ਤੇ ਹਾਈ ਕਮਾਂਡ ਜਿਹੜੀ ਆਰਐਸਐਸ ਜਾਂ ਭਾਜਪਾ ਦੀ ਹੋਵੇਗੀ। ਬੜੀ ਇੰਟਰਸਟਿੰਗ ਸਥਿਤੀ ਆਉਣ ਵਾਲੇ ਦਿਨਾਂ 'ਚ ਬਣਨ ਵਾਲੀ ਹੈ। ਕਾਫੀ ਸਾਰਾ ਮਸਾਲਾ ਮਿਲੇਗਾ, ਤਿਆਰ ਰਹੋ। ਲਓ ਜੀ, ਅਗਲੇ ਮਸਾਲੇ ਦੀ ਗੱਲ ਤੇ ਹੋਵੇਗੀ ਜਦੋਂ ਬੀਜੇਪੀ ਵੀ ਇਸ ਰਣ ਦੇ ਵਿੱਚ ਕੁੱਦੇਗੀ। ਹਾਲਾਂਕਿ ਕੁਲਦੀਪ ਜੀ ਨੇ ਦੱਸਿਆ ਕਿ ਬੀਜੇਪੀ ਦੀ ਸਥਿਤੀ ਹਾਸੋਹੀਣੀ ਹੈ, ਪਰ ਉਹ ਕਿਉਂਕਿ ਰਾਸ਼ਟਰੀ ਪਾਰਟੀ ਹੈ ਤੇ ਰਾਸ਼ਟਰ ਵਿੱਚ ਆਪਣੀ ਸਰਕਾਰ ਚਲਾ ਰਹੀ ਹੈ, ਉਹ ਵੀ ਪੰਜਾਬ ਦੇ ਵਿੱਚ ਪਰ ਆਪਣੇ ਤੋਲ ਰਹੇ ਨੇ। ਕਰਦੇ ਹਾਂ ਕੁਝ ਹੋਰ ਮੁੱਦਿਆਂ ਦੀ ਗੱਲ ਇਸੇ ਪ੍ਰੋਗਰਾਮ ਵਿੱਚ ਬ੍ਰੇਕ ਤੋਂ ਬਾਅਦ। ਸਵਾਗਤ ਹੈ ਜੀ ਪ੍ਰੋਗਰਾਮ ਵਿਚਾਰ ਚਰਚਾ ਵਿੱਚ। ਅਸੀਂ ਵਿਚਾਰਾਂ ਤੇ ਚਰਚਾ ਕਰਦੇ ਕਰਦੇ ਆਖਰੀ ਹਿੱਸੇ ਵਿੱਚ ਆ ਗਏ ਹਾਂ। ਕੁਲਦੀਪ ਜੀ, ਅਸੀਂ ਉਸ ਜ਼ਮਾਨੇ ਤੋਂ ਰਾਜਨੀਤੀ ਪੜ੍ਹਦੇ ਜਾਂ ਦੇਖਦੇ ਹਾਂ ਜਦੋਂ ਸਿਰਫ ਔਰ ਸਿਰਫ ਅਖਬਾਰਾਂ ਹੁੰਦੀਆਂ ਸੀ ਜਾਂ ਪ੍ਰੈਸ ਕਾਨਫਰੰਸ ਵੀ ਬਹੁਤ ਥੋੜ੍ਹੇ ਮਾਈਕ ਹੁੰਦੇ ਸੀ,
ਥੋੜੇ ਮਾਈਕ ਵੀ ਕਹਿ ਲਈਏ, ਸਿਰਫ ਦੂਰਦਰਸ਼ਨ ਦਾ ਮਾਈਕ ਹੁੰਦਾ ਸੀ ਤੇ ਜਿਹੜੇ ਪੱਤਰਕਾਰ ਜੇ ਸਵਾਲ ਪੁੱਛਦੇ ਸੀ ਤੇ ਜਿਹੜੇ ਲੀਡਰ ਆ ਉਹ ਕੁਝ ਬੋਲਦੇ ਸੀ। ਸਮੇਂ ਨੇ ਕਰਵਟ ਲਈ ਤੇ ਹੁਣ ਗੱਲ ਸੋਸ਼ਲ ਮੀਡੀਆ ਤੱਕ ਆ ਗਈ। ਸੋਸ਼ਲ ਮੀਡੀਆ ਪਲੇਟਫਾਰਮ ਇੰਨੇ ਜ਼ਿਆਦਾ ਇੰਪੋਰਟੈਂਟ ਹੋ ਗਏ ਤੇ ਇੰਨੇ ਜ਼ਿਆਦਾ ਹੈਵੀ ਹੋ ਗਏ ਕਿ ਉਹਨਾਂ ਨੇ ਬੀਤੇ ਦਿਨੀ ਫੇਸਬੁੱਕ ਨੇ ਅਮਰੀਕਾ ਦੇ ਰਾਸ਼ਟਰਪਤੀ ਦਾ ਅਕਾਊਂਟ ਬੰਦ ਕਰ ਦਿੱਤਾ ਜੀ। ਬੜੀ ਵੱਡੀ ਗੱਲ ਹੈ ਆਪਣੇ ਆਪ ਦੇ ਵਿੱਚ। ਇੱਕ ਕੰਪਨੀ ਦੁਨੀਆ ਦੇ ਥਾਣੇਦਾਰ ਦਾ ਅਕਾਊਂਟ, ਸਾਬਕਾ ਉਦੋਂ ਨਵੇਂ ਹੀ ਹੋਏ ਸੀ ਹਲੇ, ਜਾਂ ਹੋਣਾ ਸੀ ਹਲੇ, ਸ਼ਾਇਦ ਰਿਜ਼ਲਟ ਆਇਆ ਨਹੀਂ ਸੀ ਉਦੋਂ ਜੀ। ਇਸ ਤਰ੍ਹਾਂ ਦੀਆਂ ਘਟਨਾਵਾਂ ਹੋ ਰਹੀਆਂ ਨੇ ਜੀ। ਭਾਰਤ ਦੇ ਵਿੱਚ ਜਿਹੜੀ ਖਿੱਚੋਤਾਣ ਹੈ ਜੀ, ਉਸ ਦੀ ਗੱਲ ਇਹ ਹੈ ਕਿ ਭਾਰਤ ਸਰਕਾਰ ਜਿਹੜੀ ਆ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਆਪਣੇ ਤਰੀਕੇ ਨਾਲ ਚਲਾਉਣਾ ਚਾਹ ਰਹੀ ਹੈ ਜੀ। ਮਾਰਕ ਜ਼ਕਰਬਰਗ ਨਾਲ ਜਦੋਂ ਨਰਿੰਦਰ ਮੋਦੀ ਦੀ ਮਿਲਣੀ ਹੋਈ ਸੀ ਜੀ, ਤੇ ਜੋ ਦੋਵਾਂ ਦੀ ਜਿਹੜੀ ਤਸਵੀਰ ਸਾਂਝੀ ਹੈ ਸਾਰੀ ਦੁਨੀਆ ਨੇ ਵੇਖੀ ਹੈ ਜੀ। ਮਾਰਕ ਜ਼ਕਰਬਰਗ ਫੇਸਬੁੱਕ ਦੇ ਸੰਸਥਾਪਕ ਤੇ ਮਾਲਕ, ਤੇ ਜਿਵੇਂ ਘੁੱਟ ਕੇ ਜੱਫੀ ਉਹਨਾਂ ਨੇ ਪਾਈ ਸੀ ਜੀ, ਉਹ ਉਹਨਾਂ ਨਾਲ ਸਾਂਝੀਵਾਲਤਾ ਵਧਾਉਣ ਦਾ ਇੱਕ ਯਤਨ ਸੀ ਜੀ। ਪਰ ਉਹ ਕੁਝ ਹੋਰ ਸੋਚ ਤੇ ਮਾਲਕ ਨੇ ਲੋਕ ਜੀ, ਤੇ ਉਹਨਾਂ ਨੇ ਹੋਰ ਵੀ ਕਈ, ਉਹਨਾਂ ਟਰੰਪ ਨੂੰ ਵੀ ਵੇਖਿਆ ਤੇ ਬਾਈਡਨ ਨੂੰ ਵੀ ਵੇਖਿਆ ਹੁਣ, ਤੇ ਹੋਰ ਵੀ ਕਈ ਆਗੂ ਉਹਨਾਂ ਨੇ ਵੇਖਣੇ ਨੇ। ਹਰ ਇੱਕ ਦਾ ਸਮਾਂ ਤਬਦੀਲ ਹੁੰਦਾ ਹੈ। ਜਸਟਿਨ ਟਰੂਡੋ ਵਰਗੇ ਚੰਗੇ ਲੀਡਰਾਂ ਨੂੰ ਵੀ ਦੇਖਦੇ ਨੇ। ਬਿਲਕੁਲ ਦੇਖਦੇ। ਸੋ ਉਹ ਜਿਹੜਾ ਸਿਸਟਮ ਹੈ ਇਸ ਵੇਲੇ ਭਾਰਤ ਸਰਕਾਰ ਜਿਹੜੀ ਹੈ ਸੋਸ਼ਲ ਮੀਡੀਆ ਪਲੇਟਫਾਰਮ ਦੇ ਨਾਲ ਉਲਝੀ ਹੋਈ ਹੈ, ਖਾਸ ਤੌਰ 'ਤੇ ਟਵਿੱਟਰ ਦੇ ਨਾਲ ਜੀ। ਟਵਿੱਟਰ ਦੇ ਉੱਪਰ ਕੋਈ ਕੀ ਟਵੀਟ ਕਰਦਾ ਹੈ ਤੇ ਕੀ ਪੋਸਟ ਕਰਦਾ ਹੈ, ਇਸ ਬਾਰੇ ਸਰਕਾਰ ਪਹਿਲਾਂ ਪੁਰਾਣੇ ਨਿਯਮਾਂ ਮੁਤਾਬਕ ਇੱਕ ਇੰਟਰਮੀਡੀਏਟ ਦੇ ਤੌਰ 'ਤੇ, ਇੱਕ ਵਿਚੋਲੇ ਦੇ ਤੌਰ 'ਤੇ ਵਿੱਚ ਮੌਜੂਦ ਰਹਿੰਦੀ ਸੀ ਜੀ। ਭਾਵ ਇੱਕ ਇੰਡੈਮਨਿਟੀ ਇੱਕ ਕਿਸਮ ਦੀ ਹੁੰਦੀ ਸੀ ਕਿ ਇਸ ਦੇ ਉੱਪਰ ਜੋ ਪੋਸਟ ਕੀਤਾ ਜਾਂਦਾ ਹੈ ਉਹ ਸਿੱਧੇ ਤੌਰ 'ਤੇ ਉਸ ਲਈ ਉਹ ਜਿਹੜੀ ਸੋਸ਼ਲ ਮੀਡੀਆ ਸਾਈਟਸ ਹੈ ਉਹਨਾਂ ਨੂੰ ਜ਼ਿੰਮੇਵਾਰ ਨਾ ਠਹਿਰਾ ਕੇ ਸਰਕਾਰ ਉਸ ਦੇ ਵਿੱਚ ਉਹਨਾਂ ਦਾ ਬਚਾਅ ਕਰਦੀ ਸੀ ਜੀ। ਇਸ ਵਿੱਚ ਇਹ ਤਾਂ ਕਿਸੇ ਨੇ ਪੋਸਟ ਕੀਤਾ, ਇਸ ਵਿੱਚ ਉਹਨਾਂ ਦਾ ਕੀ ਕਸੂਰ ਹੈ ਜੀ। ਸਰਕਾਰ ਨੇ ਨਿਯਮਾਂ ਵਿੱਚ ਬਦਲਾਅ ਕੀਤਾ ਤੇ ਸਰਕਾਰ ਦੇ ਜਿਹੜੇ ਮੰਤਰੀ ਨੇ ਰਵੀ ਸ਼ੰਕਰ ਪ੍ਰਸਾਦ, ਉਹਨਾਂ ਨੇ ਗੱਲ ਆਖੀ ਕਿ ਹੁਣ ਇਹਨਾਂ ਨੂੰ ਸਾਡੇ ਨਿਯਮਾਂ ਨੂੰ ਮੰਨਣਾ ਪਏਗਾ। ਟਵਿੱਟਰ ਨੂੰ ਸਮਾਂ ਦਿੱਤਾ ਗਿਆ। ਹੁਣ ਅੱਜ ਫਿਰ ਇੱਕ ਵਾਰੀ ਫਿਰ ਜਿਹੜਾ ਹੈ ਟਕਰਾਅ ਦੀ ਸਥਿਤੀ ਦੇ ਵਿੱਚ ਆ ਗਏ ਨੇ ਜੀ। ਟਕਰਾਅ ਦੀ ਸਥਿਤੀ ਇਹ ਹੈ ਕਿ ਇੱਕ ਪੋਸਟ ਹੁੰਦੀ ਆ ਉੱਤਰ ਪ੍ਰਦੇਸ਼ ਦੇ ਵਿੱਚ, ਇੱਕ ਵੀਡੀਓ ਇੱਕ ਬਜ਼ੁਰਗ ਦੀ ਹੈ, ਉਸ ਦੇ ਬਾਰੇ ਇਹ ਦਾਅਵਾ ਕੀਤਾ ਗਿਆ ਵੀਡੀਓ ਦੇ ਵਿੱਚ ਕਿ ਇਸ ਬਜ਼ੁਰਗ ਨੂੰ, ਮੁਸਲਮਾਨ ਬਜ਼ੁਰਗ ਹੈ, ਤੇ ਇਸ ਨੂੰ ਜਿਹੜਾ ਹੈ ਜੈ ਮਾਤਾ ਦੀ ਜਾਂ ਕੁਛ ਇਸ ਤਰ੍ਹਾਂ ਦੇ ਕੁਛ ਹਿੰਦੂਵਾਦੀ ਨਾਅਰੇ ਲਾਉਣ ਵਾਸਤੇ ਜਿਹੜਾ ਹੈ ਉਹ ਜਿਹੜਾ ਹੈ ਮਜਬੂਰ ਕੀਤਾ ਜਾ ਰਿਹਾ ਤੇ ਉਸ ਦੀ ਮਾਰਕੁੱਟ ਕੀਤੀ ਜਾ ਰਹੀ ਹੈ ਜੀ। ਹੁਣ ਪੋਸਟ ਜਿਹੜੀ ਹੈ ਉਸ ਨੂੰ ਸਰਕਾਰ ਨੇ ਇੰਝ ਲਿਆ ਕਿ ਟਵਿੱਟਰ ਨੂੰ ਅਸੀਂ ਆਖਿਆ ਸੀ ਕਿ ਅਸੀਂ ਇਸ ਦੇ ਵਿੱਚ ਕੋਈ ਬਹੁਤੀ ਰੋਕਥਾਮ ਨਹੀਂ ਕਰ ਸਕਾਂਗੇ, ਜੇ ਤੁਹਾਨੂੰ ਲੋਕਾਂ ਨੇ ਜਾਂ ਸਾਡੇ ਸਮਾਜ 'ਤੇ ਕੋਈ ਬੁਰਾ ਅਸਰ ਪੈਂਦਾ ਤਾਂ ਜ਼ਿੰਮੇਵਾਰ ਫਿਰ ਤੁਸੀਂ ਹੋਵੋਗੇ ਜੀ। ਸਰਕਾਰ ਹੁਣ ਇਸ ਨੂੰ ਇਸ ਤਰ੍ਹਾਂ ਦੇਖਦੀ ਹੈ ਤੇ ਇਹ ਕਹਿ ਰਹੀ ਹੈ ਕਿ ਜੇ ਉਹ ਪੋਸਟ ਗਲਤ ਹੋਵੇ ਤਾਂ ਉਧਰੋਂ ਦੰਗੇ ਹੋ ਜਾਣੇ ਇਸ ਪੋਸਟ ਦੇ ਕਰਕੇ, ਤਾਂ ਫਿਰ ਕੌਣ ਜ਼ਿੰਮੇਵਾਰ ਹੈ ਜੀ। ਪਹਿਲਾਂ ਤਾਂ ਜ਼ਿੰਮੇਵਾਰ ਸਰਕਾਰ ਹੀ ਸੀ। ਬਿਲਕੁਲ। ਹੁਣ ਟਵਿੱਟਰ ਨੂੰ ਇਸ ਕੰਮ ਵਾਸਤੇ ਜ਼ਿੰਮੇਵਾਰ ਜਾਂ ਕਿਸੇ ਹੋਰ ਪਲੇਟਫਾਰਮ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਸਕੇਗਾ ਕਿ ਤੁਹਾਡੇ ਪਲੇਟਫਾਰਮ ਦੇ ਜ਼ਰੀਏ ਆ ਗਲਤ ਜਾਣਕਾਰੀ ਜਾਂ ਫਿਰਕੂ ਭਾਵੇਂ ਉਹ ਗਲਤ ਨਾ ਵੀ ਹੋਵੇ ਜੀ, ਫਿਰਕੂ ਭਾਵਨਾਵਾਂ ਨੂੰ ਭੜਕਾਉਣ ਵਾਲੀ ਜਿਹੜੀ ਜਾਣਕਾਰੀ ਹੈ ਉਹ ਜਿਹੜੀ ਹੈ ਉਹ ਪ੍ਰਸਾਰਿਤ ਹੋਈ ਹੈ ਜਾਂ ਤੁਹਾਡੇ ਥਰੂ ਜਿਹੜੀ ਹੈ ਉਹ ਲੋਕਾਂ ਤੱਕ ਪਹੁੰਚਾਈ ਗਈ ਹੈ, ਆਮ ਲੋਕਾਂ ਤੱਕ ਗਈ ਹੈ, ਜਿਸ ਨਾਲ ਲੋਕਾਂ ਦੀਆਂ ਭਾਵਨਾਵਾਂ ਭੜਕ ਗਈਆਂ ਤੇ ਲੋਕ ਜਿਹੜੇ ਸੀ ਭੜਕ ਕੇ ਤੇ ਉਹ ਇੱਕ ਦੂਸਰੇ ਦੇ ਖਿਲਾਫ ਹੋ ਗਏ ਤੇ ਦੰਗੇ ਹੋ ਗਏ ਤੇ ਲੋਕ ਮਾਰੇ ਗਏ, ਜਾਨਾਂ ਚਲੀਆਂ ਗਈਆਂ ਜਾਂ ਕੋਈ ਹੋਰ ਨੁਕਸਾਨ ਹੋਇਆ। ਹੁਣ ਇਹ ਸਾਰੀਆਂ ਗੱਲਾਂ ਨੇ ਤੁਹਾਨੂੰ ਯਾਦ ਹੋਵੇਗਾ ਅੰਮ੍ਰਿਤ ਜੀ, ਜਦੋਂ ਕੋਈ ਇਸ ਤਰ੍ਹਾਂ ਦੀ ਘਟਨਾਵਾਂ ਹੁੰਦੀਆਂ ਨੇ, ਭਾਵੇਂ ਕਿ ਦੰਗੇ ਹੋਏ ਹੋਣ ਗੁਜਰਾਤ ਦੇ ਵਿੱਚ ਜਾਂ ਦਿੱਲੀ ਕਤਲੇਆਮ ਵੀ ਗੱਲ ਹੋਵੇ, ਜਿਹੜਾ ਮੀਡੀਆ ਸੀ ਇੱਕ ਜਿਹੜਾ ਸਰਕਾਰੀ ਵੀ ਸੀ ਉਹ ਇੱਕ ਕਿਸਮ ਦਾ ਇੱਕ ਵਿੱਚ ਬਚਾਅ ਰੱਖਦਾ ਸੀ ਕਿ ਕਿਸੇ ਖਾਸ ਫਿਰਕੇ ਦਾ, ਜਾਂ ਪੰਜਾਬ ਵਿੱਚ ਵੀ ਇਸ ਵਾਰੀ ਕਈ ਵਾਰੀ ਇਸ ਤਰ੍ਹਾਂ ਦੀਆਂ ਬਹੁਤ ਘਟਨਾਵਾਂ ਹੋਈਆਂ ਉਸ ਸਮੇਂ ਦੇ ਜੋ ਪੰਜਾਬ ਦਾ ਸਮਾਂ ਸੀ, ਦੁਖਾਂਤਕ ਸਮਾਂ ਸੀ, ਕਾਲਾ ਦੌਰ ਸੀ, ਕਿ ਇਸ ਤਰ੍ਹਾਂ ਕਿਸੇ ਫਿਰਕੇ ਦਾ ਨਾਮ ਨਾ ਲੈ ਕੇ ਜਿਹੜਾ ਗੱਲ ਕੀਤੀ ਜਾਵੇ ਤੇ ਉਹ ਖਬਰ ਨੂੰ ਪੇਸ਼ ਕੀਤਾ ਜਾਵੇ, ਸਿਰਫ ਜਾਣਕਾਰੀ ਮਾਤਰ ਲੋਕਾਂ ਤੱਕ ਪਹੁੰਚਾਇਆ ਜਾਵੇ। ਇਹ ਸੋਸ਼ਲ ਮੀਡੀਆ ਦੇ ਥਰੂ ਇੱਕ ਖਾਸ ਕਿਸਮ ਦਾ ਇਨਵੈਸਟੀਗੇਟਿਵ ਸਿਸਟਮ ਜੋ ਚੱਲ ਪਿਆ ਜੀ, ਇਹ ਪ੍ਰਚਲਨ ਆਪਣੇ ਆਪ ਦੇ ਵਿੱਚ ਮਾੜਾ ਹੈ। ਅਨਫਿਲਟਰਡ ਅਨਕੰਟਰੋਲਡ ਇਨਫੋਰਮੇਸ਼ਨ ਜਿਹੜੀ ਹੈ ਲੋਕਾਂ ਤੱਕ ਪਹੁੰਚਾ ਦਿੱਤੀ ਜਾਂਦੀ ਹੈ ਤੇ ਮਿੰਟਾਂ ਵਿੱਚ ਜੰਗਲ ਦੀ ਅੱਗ ਵਾਂਗ ਫੈਲ ਜਾਂਦੀ ਹੈ। ਅਦਾਲਤ ਤੋਂ ਪਹਿਲਾਂ ਮੀਡੀਆ ਟ੍ਰਾਇਲ ਹੋ ਜਾਂਦਾ ਔਰ ਮੀਡੀਆ ਟ੍ਰਾਇਲ ਵੀ ਰਿਸਪੌਂਸਿਬਲ ਮੀਡੀਆ ਕਰੇ ਤੇ ਫਿਰ ਠੀਕ ਹੈ। ਬਿਲਕੁਲ। ਜੇ ਉਹ ਇਨਫੋਰਮੇਸ਼ਨ ਹੀ ਗਲਤ ਹੈ, ਲੋਕਾਂ ਤੱਕ ਗਲਤ ਇਨਫੋਰਮੇਸ਼ਨ ਪਹੁੰਚ ਜਾਂਦੀ ਹੈ ਤਾਂ ਉਸ ਗਲਤ ਇਨਫੋਰਮੇਸ਼ਨ ਨੂੰ ਲੈ ਕੇ ਲੋਕ ਭੜਕ ਜਾਂਦੇ ਨੇ ਤਾਂ ਨਤੀਜਾ ਜਾਨ ਮਾਲ ਦੇ ਰੂਪ ਦੇ ਵਿੱਚ ਜਿਹੜਾ ਨੁਕਸਾਨ ਦੇ ਰੂਪ ਦੇ ਵਿੱਚ ਸਾਹਮਣੇ ਆਉਂਦਾ ਤਾਂ ਫਿਰ ਜ਼ਿੰਮੇਵਾਰ ਤਾਂ ਕੋਈ ਹੋਣਾ ਚਾਹੀਦਾ। ਬਿਲਕੁਲ। ਹੁਣ ਰਾਮ ਰਹੀਮ ਵਾਲੀ ਗੱਲ ਹੈ ਜੀ, ਜਿਸ ਦਿਨ ਸੌਦਾ ਸਾਧ ਨੂੰ ਸਜ਼ਾ ਹੋਣੀ ਸੀ ਜਾਂ ਸਜ਼ਾ ਹੋਈ ਹੈ, ਕਿੰਨਾ ਕੁਝ ਹੋਇਆ ਤੇ ਪੰਜਾਬ ਦੇ ਵਿੱਚ ਇੰਟਰਨੈਟ ਕਿੰਨੀ ਦੇਰ ਬੰਦ ਰਿਹਾ, ਮੋਬਾਈਲ ਇੰਟਰਨੈਟ ਜਿਨ੍ਹਾਂ ਕੋਲ ਪ੍ਰੀਪੇਡ ਸੀ ਸਾਰਾ ਬੰਦ ਹੋ ਗਿਆ। ਬਿਲਕੁਲ। ਜਿਹੜੇ ਲੈਂਡਲਾਈਨ ਤੇ ਜਿਹੜੇ ਬ੍ਰੌਡਬੈਂਡ ਵਗੈਰਾ ਸੀ ਉਹੀ ਚੱਲਦੇ ਰਹੇ ਨੇ ਜੀ, ਉਹ ਸਾਰਾ ਕੁਝ ਬੰਦ ਇਸੇ ਕਰਕੇ ਕਰ ਦਿੱਤਾ ਗਿਆ ਤਾਂ ਕਿ ਲੋਕਾਂ ਤੱਕ ਜਿਹੜਾ ਸੀ ਉਹ ਕੋਈ ਇਸ ਤਰ੍ਹਾਂ ਦੀ ਭੜਕਾਊ ਜਾਣਕਾਰੀ ਨਾ ਪਹੁੰਚੇ
ਤੇ ਕੋਈ ਇਸ ਤਰ੍ਹਾਂ ਦੀ ਅਣਸੁਖਾਵੀ ਘਟਨਾ ਨਾ ਵਾਪਰੇ ਜਿਸ ਨਾਲ ਹਾਲਾਤ ਕਾਬੂ ਤੋਂ ਬਾਹਰ ਹੁੰਦੇ ਹੋਣ। ਸੋ ਇਹ ਸਾਰੀਆਂ ਗੱਲਾਂ ਨੇ। ਹੁਣ ਇਸ ਵੇਲੇ ਟਵਿੱਟਰ ਦੇ ਨਾਲ ਜਿਹੜੀ ਜੰਗ ਸਰਕਾਰ ਦੀ ਲੱਗੀ ਹੋਈ ਹੈ, ਪਰ ਜਿੰਨੀ ਮੈਂ ਤੁਹਾਨੂੰ ਗੱਲ ਦੱਸੀ ਉਹ ਇੱਥੇ ਤੱਕ ਵੀ ਸੀਮਿਤ ਨਹੀਂ ਹੈ। ਬਿਲਕੁਲ, ਉਹ ਸਰਕਾਰ ਉਸ ਨੂੰ ਆਪਣੇ ਹਿਸਾਬ ਨਾਲ ਚਲਾਉਣਾ ਵੀ ਚਾਹੁੰਦੀ ਹੈ ਕਿ ਸਾਡੀ ਮਰਜ਼ੀ ਦੀ ਸਮੱਗਰੀ ਉਸ ਉੱਪਰ ਪ੍ਰਕਾਸ਼ਿਤ ਹੋਵੇ, ਤੇ ਜਿਹੜੇ ਅਕਾਊਂਟ ਜਿਹੜੇ ਨੇ ਜਿਹੜੇ ਕੋ ਸਾਡੇ ਖਿਲਾਫ ਜਾਂ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਜਿਹੜੇ ਬੋਲਦੇ ਨੇ ਉਹਨਾਂ ਦੀ ਆਵਾਜ਼ ਨੂੰ ਘੁੱਟਿਆ ਜਾਵੇ। ਅਧਿਕਾਰ ਤੇ ਸਾਰੇ ਚਾਹੁੰਦੇ ਤੇ ਜ਼ਿੰਮੇਵਾਰੀ ਤੋਂ ਸਾਰੇ ਬਚਦੇ। ਜ਼ਿੰਮੇਵਾਰੀ ਤੋਂ ਸਾਰੇ ਬਚਦੇ ਨੇ, ਪਰ ਸਰਕਾਰ ਜਿਹੜੀ ਹੈ, ਸਰਕਾਰ ਦਾ ਪੱਖ ਜਿਹੜਾ ਹੈ ਇਸ ਟਵਿੱਟਰ ਦੇ ਮਾਮਲੇ ਦੇ ਵਿੱਚ ਹਰ ਪੱਖੋਂ ਸਹੀ ਨਹੀਂ ਹੈ ਜੀ। ਬਹੁਤੀਆਂ ਗੱਲਾਂ ਦੇ ਵਿੱਚ ਉਹ ਸਿਰਫ ਜਿਵੇਂ ਪਹਿਲਾ ਸਵਾਲ ਅਸੀਂ ਪ੍ਰੋਗਰਾਮ 'ਚ ਕੀਤਾ ਸੀ, ਉਹ ਆਵਾਜ਼ ਨੂੰ ਦਬਾਉਣਾ ਚਾਹੁੰਦੇ ਨੇ। ਉਹਨਾਂ ਦਾ ਬੇਸਿਕ ਮਕਸਦ ਇਹ ਆ, ਤੇ ਇਹ ਜਿਹੜਾ ਹਿੰਸਾ ਫੈਲਾਉਣ ਵਾਲੀ ਗੱਲ ਹੈ, ਇਸ ਦੇ ਵਿੱਚ ਉਹਨਾਂ ਨੂੰ ਹੁਣ ਜਿਹੜਾ ਹੈ ਉਹ ਮੂਹਰੇ ਲਿਆਂਦਾ ਜਾ ਰਿਹਾ ਕਿ ਤੁਸੀਂ ਇਹਨਾਂ ਗੱਲਾਂ ਤੋਂ ਬਚੋ। ਬਿਲਕੁਲ ਕੁਲਦੀਪ ਜੀ, ਪੰਜਾਬ ਦੇ ਇੱਕ ਗੁਰਦੁਆਰੇ ਤੋਂ ਬਹੁਤ ਗਲਤ ਜਿਹੀਆਂ ਖਬਰਾਂ ਸਾਹਮਣੇ ਆ ਰਹੀਆਂ। ਬਹੁਤ ਸਾਰੇ ਲੋਕਾਂ ਦੀ ਆਸਥਾ ਹੁੰਦੀ ਆ, ਲਗਭਗ ਸਾਰਿਆਂ ਦੀ ਹੁੰਦੀ ਹੈ, ਚਾਹੇ ਉਹ ਕਿਸੇ ਹੋਰ ਧਰਮ ਦੇ ਵੀ ਹੋਣ, ਤੇ ਉਹਨਾਂ ਦਾ ਜਿਹੜਾ ਨਿਸ਼ਚਾ ਆ, ਉਹਨਾਂ ਦੀ ਜਿਹੜੀ ਸ਼ਰਧਾ ਆ, ਉਹ ਹਰ ਤਰ੍ਹਾਂ ਦੇ ਧਰਮ ਦੇ ਲਈ ਪੂਰੀ ਰਹਿੰਦੀ ਆ। ਤੇ ਜਦੋਂ ਉਹਦੇ ਅੰਦਰੋਂ ਹੀ ਕੁਝ ਇੱਦਾਂ ਦੀਆਂ ਘਟਨਾਵਾਂ ਨਿਕਲਦੀਆਂ ਨੇ, ਤੇ ਫਿਰ ਤੁਹਾਨੂੰ ਕਿਵੇਂ ਜਿਹਾ ਲੱਗਦਾ ਹੈ? ਦੇਖੋ, ਗੱਲ ਇਹ ਹੈ, ਫਿਰ ਉਹੀ ਗੱਲ ਆ ਜਾਂਦੀ ਕਿ ਤੁਸੀਂ ਹੁਣ ਇਨਫੋਰਮੇਸ਼ਨ ਨੂੰ ਲੋਕਾਂ ਤੱਕ ਕਿਵੇਂ ਪਹੁੰਚਾਉਣਾ ਜੀ। ਕਈ ਸਾਡੇ ਮੀਡੀਆ ਵਾਲੇ ਸੰਸਥਾਨ ਇਹੋ ਜਿਹਾ ਹੋਣਗੇ ਜਿਹੜੇ ਉਹ ਜਿਵੇਂ ਇੱਕ ਬਿਲਕੁਲ ਹੁੰਦਾ ਹੈ ਕਿ ਉਹ ਇਹ ਵੀ ਨਹੀਂ ਦੇਖਦੇ, ਜਾਂ ਉੱਤੇ ਉੱਪਰ ਉਹ ਨਹੀਂ ਇਹ ਵੀ ਨਹੀਂ ਲਿਖਣਾ ਕਿ ਇਸ ਨੂੰ ਖਬਰ ਨੂੰ ਕੋਈ ਧਿਆਨ ਨਾਲ ਪੜ੍ਹੋ, ਜਾਂ ਇਸ ਵਿੱਚ ਸਮੱਗਰੀ ਕਿਸ ਤਰ੍ਹਾਂ ਦੀ ਜਾਂ ਲਫ਼ਜ਼ ਕਿਸ ਤਰ੍ਹਾਂ ਦੇ ਵਰਤੇ ਗਏ ਨੇ, ਜਾਂ ਇਨਸੈਂਸਿਟਿਵ ਮਟੀਰੀਅਲ ਇਸ ਦੇ ਵਿੱਚ ਹੋ ਸਕਦਾ ਹੈ। ਉਹ ਜੋ ਜਿਵੇਂ ਹੁੰਦਾ ਹੈ ਕਿਤੇ ਉਹ ਸੁਣਦੇ ਨੇ ਉਹ ਲਿਖ ਦਿੰਦੇ ਨੇ ਜੀ। ਪਰ ਮੈਂ ਸੰਖੇਪ ਦੇ ਵਿੱਚ ਦੱਸ ਦੇਵਾਂ ਕਿ ਫਰੀਦਕੋਟ ਜ਼ਿਲ੍ਹੇ ਦੇ ਜੈਤੋ ਕਸਬੇ ਦੇ ਵਿੱਚ ਇੱਕ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ, ਉੱਥੇ ਦੀ ਘਟਨਾ ਹੈ ਜੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਉਸ ਦਾ ਪ੍ਰਬੰਧ ਹੈ ਗੁਰੂ ਘਰ ਦਾ ਜੀ। ਉੱਥੇ ਜਿੱਥੇ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਹੋਵੇ, ਜਿਵੇਂ ਗੁਰਦੁਆਰੇ ਦੇ ਸਾਈਜ਼ ਦੇ ਹਿਸਾਬ ਨਾਲ ਇੱਕ ਮੈਨੇਜਰ ਹੈ, ਕਲਰਕ ਹੈ, ਹੋਰ ਸਾਰਾ ਸਟਾਫ ਜਿਹੜਾ ਹੈ ਸ਼੍ਰੋਮਣੀ ਕਮੇਟੀ ਤੋਂ ਤਨਖਾਹ ਪ੍ਰਾਪਤ ਕਰਦਾ ਜੀ। ਤੇ ਆਮ ਤੌਰ ਤੇ ਉਹਨਾਂ ਗੁਰਦੁਆਰਿਆਂ ਦਾ ਕੰਮਕਾਜ ਦੇਖਣ ਲਈ ਸ਼੍ਰੋਮਣੀ ਕਮੇਟੀ ਦੀਆਂ ਟੀਮਾਂ ਜਿਹੜੀਆਂ ਨੇ ਗੁਰਦੁਆਰਾ ਸਾਹਿਬ ਆਉਂਦੀਆਂ ਰਹਿੰਦੀਆਂ ਨੇ ਜੀ, ਵਿਜ਼ਿਟ ਕਰਦੀਆਂ ਨੇ। ਇੱਥੋਂ ਤੱਕ ਕਿ ਫਲਾਇੰਗ ਸਕੁਐਡ ਵੀ ਬਣਾਏ ਹੋਏ ਨੇ, ਜਿਵੇਂ ਇਮਤਿਹਾਨਾਂ ਦੇ ਵਿੱਚ ਚੈੱਕ ਕਰਨ ਵਾਸਤੇ ਫਲਾਇੰਗ ਸਕੁਐਡ ਆਉਂਦੇ ਨੇ ਕੇਂਦਰਾਂ ਦੇ ਵਿੱਚ, ਪ੍ਰੀਖਿਆ ਕੇਂਦਰਾਂ ਦੇ ਵਿੱਚ, ਇਸ ਤਰ੍ਹਾਂ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਆਉਂਦੇ ਨੇ। ਉੱਥੇ ਇੱਕ ਪਿੰਡ ਵਾਸੀਆਂ ਨੂੰ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਕੁਝ ਇਸ ਤਰ੍ਹਾਂ ਦੀਆਂ ਮਾੜੀਆਂ ਘਟਨਾਵਾਂ ਹੋਣ ਦੀ ਖਬਰ ਮਿਲੀ, ਜਿਸ ਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਕੁਝ ਉੱਥੇ ਦੇ ਕੁਝ ਮੁਲਾਜ਼ਮ ਜਿਹੜੇ ਨੇ, ਜੇ ਉਹਨਾਂ ਨੂੰ ਉਹ ਉੱਥੇ ਕੁਝ ਗਲਤ ਹਰਕਤਾਂ ਜਿਹੜੀਆਂ ਨੇ ਉਸ ਦੇ ਵਿੱਚ ਸ਼ਾਮਲ ਨੇ ਜੀ, ਜਿਸ ਦੇ ਵਿੱਚ ਬਹੁਤ ਸਾਰੀਆਂ ਨੇ, ਮੈਂ ਨਾਮ ਰਹਿਣ ਦੇਈਏ ਉਹਨਾਂ ਨੂੰ ਲੈਣ ਤੋਂ। ਤੇ ਇੱਕ ਪੁਰਾਤਨ ਖੂਹ ਵੀ ਹੈ ਉੱਥੇ ਜੀ। ਹੁਣ ਪਿੰਡ ਵਾਲਿਆਂ ਨੂੰ ਕਿਸੇ ਨੂੰ ਪਤਾ ਲੱਗਾ, ਜਾਂ ਕੰਨੋ ਕੰਨੀ ਖਬਰ ਹੋਈ, ਜਾਂ ਸੂਹ ਮਿਲੀ, ਤੇ ਜਾਂ ਉਹਨਾਂ ਨੂੰ ਪਤਾ ਹੋਏਗਾ ਕਿ ਪਹਿਲਾਂ ਤੋਂ ਇਹੋ ਜਿਹੀਆਂ ਘਟਨਾਵਾਂ ਦੇ ਵਿੱਚ ਇਹ ਲੋਕ ਸ਼ਾਮਲ ਨੇ, ਕਲਰਕ ਹੈ, ਕੋਈ 2 ਹੋਰ ਮੁਲਾਜ਼ਮ ਨੇ, ਤੇ ਉੱਥੇ ਪਿੰਡ ਵਾਲਿਆਂ ਨੇ ਘੇਰਾ ਪਾ ਲਿਆ। ਤੇ ਜਦੋਂ ਗੁਰਦੁਆਰਾ ਸਾਹਿਬ ਦੇ ਮੈਨੇਜਰ ਨੂੰ ਫੋਨ ਕਰਦੇ ਨੇ, ਤੇ ਮੈਨੇਜਰ ਕਹਿੰਦੇ ਨੇ ਕਿ ਮੈਂ ਤਾਂ ਦੂਰ ਹਾਂ ਕਿਤੇ, ਤੇ ਤੁਸੀਂ ਬਾਹਰੋਂ ਜਿੰਦਾ ਲਾ ਦਿਓ ਤੇ ਇਹਨਾਂ ਨੂੰ ਘੇਰ ਲਓ। ਤੇ ਉਹ ਜਦੋਂ ਜਿੰਦਾ ਲਾਉਣ ਲੱਗਦੇ ਨੇ, ਪਿੰਡ ਵਾਸੀ ਘੇਰ ਕੇ, ਤੇ ਉਹਨਾਂ ਵਿੱਚੋਂ ਕੋਈ ਭੱਜ ਜਾਂਦਾ, ਕੋਈ ਡਿੱਕਿਆ ਜਾਂਦਾ ਜੀ। ਹੁਣ ਜਿਹੜੇ ਭੱਜ ਜਾਂਦੇ ਨੇ 2, ਤੇ ਇੱਕ ਸ਼ਾਇਦ ਕੋਈ ਡਿੱਕਿਆ ਜਾਂਦਾ, ਉਹਨਾਂ ਨੂੰ ਫਿਰ ਰੋਕ ਲਿਆ, ਉੱਥੇ ਬੰਦੀ ਬਣਾ ਲਿਆ। ਤੇ ਸ਼੍ਰੋਮਣੀ ਕਮੇਟੀ ਦੀ ਜਾਂਚ ਟੀਮ ਜਿਹੜੀ ਸੀ ਉੱਥੇ ਗਈ, ਤੇ ਉਹਨਾਂ ਨੇ ਜਾਂਚ ਕਰਨ ਦੀ ਕੋਸ਼ਿਸ਼ ਕੀਤੀ ਕਿ ਇਹ ਇੱਥੇ ਕੀ ਹੋਇਆ ਤੇ ਕਿਵੇਂ ਹੋਇਆ। ਉਹ ਸਾਰੀਆਂ ਗੱਲਾਂ ਦੇ ਵਿੱਚ ਫਿਰ ਪਿੰਡ ਵਾਸੀਆਂ ਨੇ ਜਾਂ ਇਲਾਕਾ ਵਾਸੀਆਂ ਨੇ ਇੱਥੇ ਸਟੈਂਡ ਲਿਆ ਕਿ ਇੱਥੇ ਖੂਹ ਦੇ ਵਿੱਚੋਂ ਬਹੁਤ ਸਾਰੀਆਂ ਇਤਰਾਜ਼ਯੋਗ ਵਸਤਾਂ ਬਰਾਮਦ ਹੋਈਆਂ, ਜਿਨ੍ਹਾਂ ਵਿੱਚ ਸ਼ਰਾਬ ਦੀਆਂ ਬੋਤਲਾਂ, ਮੀਟ ਹੈ, ਤੇ ਹੋਰ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਬਰਾਮਦ ਹੋਈਆਂ ਜਿਨ੍ਹਾਂ ਦਾ ਗੁਰੂ ਘਰ ਦੇ ਨਾਲ ਨੇੜੇ ਤੇੜੇ ਦਾ ਵੀ ਕੋਈ ਸੰਬੰਧ ਨਹੀਂ ਹੈ ਜੀ। ਸੋ ਇਹ ਸਾਰੀਆਂ ਗੱਲਾਂ ਹੋਈਆਂ। ਹੁਣ ਉਹ ਲੋਕ ਜਿਹੜੇ ਨੇ ਉੱਥੇ ਇਕੱਠੇ ਹੋਏ ਸੀ, ਉਹਨਾਂ ਨੇ ਇੰਨਾ ਜ਼ਿਆਦਾ ਪ੍ਰੈਸ਼ਰ ਪਾਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਕਿ ਇਸ ਸੰਬੰਧੀ ਕੋਈ ਨਾ ਕੋਈ ਫੈਸਲਾ ਜਿਹੜਾ ਲਿਆ ਜਾਵੇ। ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਦਰੂਨੀ ਜਾਂਚ ਦੇ ਵਿੱਚ 4 ਵਿਅਕਤੀਆਂ ਨੂੰ ਜਿਹੜਾ ਹੈ ਬਰਖਾਸਤ ਕਰ ਦਿੱਤਾ ਗਿਆ ਹੈ, ਨੌਕਰੀ ਤੋਂ ਹਟਾ ਦਿੱਤਾ ਗਿਆ ਹੈ। ਮੈਨੇਜਰ ਹੈ, ਕਲਰਕ ਹੈ, ਤੇ 2 ਹੋਰ ਨੇ। ਤੇ ਨਾਲ ਦੀ ਨਾਲ ਜਿਹੜਾ ਉੱਥੇ 2 ਵਿਅਕਤੀਆਂ ਦੇ ਉੱਪਰ FIR ਦਰਜ ਕਰਨ ਦਾ ਜਿਹੜਾ ਹੈ ਉਹ FIR ਦਰਜ ਕਰਵਾ ਦਿੱਤੀ ਗਈ ਹੈ ਥਾਣੇ ਦੇ ਵਿੱਚ, ਤੇ 2 ਨੂੰ ਦੱਸਿਆ ਜਾਂਦਾ ਹੈ ਕਿ ਗ੍ਰਿਫਤਾਰ ਕਰ ਲਿਆ ਗਿਆ। ਸੋ ਇਸ ਤਰ੍ਹਾਂ ਦੀ ਇਹ ਘਟਨਾ ਹੈ। ਇਸ ਦੇ ਬਾਰੇ ਕੋਈ ਅਸੀਂ ਬਹੁਤਾ ਡਿਸਕਸ ਕਰਨਾ ਨਹੀਂ ਸੀ ਚਾਹੁੰਦੇ, ਪਰ ਮੈਂ ਸਮਝਦਾ ਕਿ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਤੇ ਆਸਥਾਵਾਂ ਦਾ ਨਜਾਇਜ਼ ਫਾਇਦਾ ਲੋਕ ਕਿਵੇਂ ਤੇ ਕਿਸ ਤਰ੍ਹਾਂ ਉਠਾ ਸਕਦੇ ਨੇ, ਇਸ ਦੀ ਇੱਕ ਉਦਾਹਰਨ ਹੈ। ਕੁਲਦੀਪ ਜੀ, ਇਹਦੇ ਨਾਲ ਹੀ ਪੰਜਾਬ ਦੇ ਵਿੱਚ ਇੱਕ ਚੰਗੀ ਖਬਰ ਵੀ ਆ। ਸਾਰੇ ਬੰਦੇ ਖਰਾਬ ਨਹੀਂ ਹੁੰਦੇ, ਚੰਗੇ ਲੋਕ ਜ਼ਿਆਦਾ ਬਹੁਤਾਤ 'ਚ ਨੇ, ਇਸੇ ਕਰਕੇ ਸਾਡਾ ਸਮਾਜ ਹਾਲੇ ਤੱਕ ਕਾਇਮ ਆ ਤੇ ਟਿਕਿਆ ਹੋਇਆ। ਪੰਜਾਬ ਦੇ ਹੀ ਬਾਘਾ ਪੁਰਾਣਾ ਦੇ ਕਸਬੇ ਦੇ ਵਿੱਚ ਇੱਕ ਪਿੰਡ ਦੇ ਵਿੱਚ ਗੁਰਦੁਆਰੇ ਦੇ ਅੰਦਰ ਹੀ ਉਹਨਾਂ ਨੇ ਮੁਸਲਮਾਨ ਭਰਾਵਾਂ ਲਈ ਮਸਜਿਦ ਦਾ ਨੀਂਹ ਪੱਥਰ ਰੱਖਿਆ। ਤੇ ਕਿੰਨੀ ਚੰਗੀ ਗੱਲ ਆ ਜੇ ਇਹੋ ਜਿਹੀ ਸੁਹਿਰਦਤਾ ਤੇ ਸਾਰਿਆਂ ਦੇ ਧਰਮਾਂ ਦਾ ਸਤਿਕਾਰ ਬਣਿਆ ਰਵੇ ਤੇ ਕੰਮ ਵਧੀਆ ਹੋ ਸਕਦਾ। ਮਸੀਹ ਉੱਥੇ ਮੁਸਲਮਾਨ ਭਾਈਚਾਰੇ ਦੇ ਲੋਕ ਵੰਡ ਵੇਲੇ ਇੱਥੇ ਰਹਿ ਕੇ ਦੱਸੇ ਜਾਂਦੇ ਨੇ ਜੀ, ਤੇ ਮਸਜਿਦ ਉਹਨਾਂ ਦੀ ਢਹਿ ਢੇਰੀ ਹੋ ਚੁੱਕੀ ਸੀ, ਉਹਨਾਂ ਨੇ ਦੁਬਾਰਾ ਬਣਾਉਣੀ ਚਾਹੀਦੀ, ਤੇ ਉਹ ਨੀਂਹ ਪੱਥਰ ਰੱਖਣਾ ਸੀ, ਤੇ ਮੀਂਹ ਆ ਗਿਆ। ਉਹ ਗੁਰਦੁਆਰਾ ਦੇ ਪ੍ਰਬੰਧਕ ਉਹਨਾਂ ਨੂੰ ਕਹਿੰਦੇ ਕਿ ਨਾ ਭਾਈ ਤੁਸੀਂ ਆ ਜਾਓ ਇੱਥੇ,
ਤੇ ਇੱਥੇ ਆ ਕੇ ਜੋ ਵੀ ਤੁਸੀਂ ਇਹਦਾ ਕਰਨਾ ਕਰ ਲਓ। ਗੁਰਦੁਆਰਾ ਸਾਹਿਬ ਦੀ ਬਿਲਡਿੰਗ ਲਾਗੇ ਸੀ ਤੇ ਉਹਨਾਂ ਨੂੰ ਉੱਥੇ ਸੱਦ ਕੇ ਲੰਗਰ ਵੀ ਛਕਾਇਆ ਤੇ ਉੱਥੇ ਸਾਰਿਆਂ ਨੇ ਇਕੱਠੇ ਖੜੇ ਹੋ ਕੇ ਅਰਦਾਸ ਕੀਤੀ ਤੇ ਨੀਂਹ ਪੱਥਰ ਰੱਖਿਆ। ਭਾਈਚਾਰਕ ਜਿਹੜੀ ਉਸ ਦੀ ਮਿਸਾਲ ਹੈ, ਬਹੁਤ ਵੱਡੀ ਮਿਸਾਲ ਹੈ ਬਿਲਕੁਲ ਸਾਂਝ ਦੀ। ਆਲਮਾ ਇਕਬਾਲ ਨੇ ਕਿਹਾ ਸੀ, ਮਜ਼ਹਬ ਨਹੀਂ ਸਿਖਾਤਾ ਆਪਸ ਮੇਂ ਬੈਰ ਰੱਖਣਾ। ਚੰਗੀ ਗੱਲ ਹੈ ਜੇ ਲੋਕਾਂ ਦਾ ਧਰਮ ਵਿੱਚ ਵਿਸ਼ਵਾਸ ਰਵੇ ਤੇ ਦੂਜੇ ਧਰਮਾਂ ਦਾ ਸਤਿਕਾਰ ਵੀ ਕਰਦੇ ਰਹੀਏ। ਇਸੇ ਆਸ ਨਾਲ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਮਾਪਤ ਕਰਦੇ ਹਾਂ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਲੈ ਕੇ ਪ੍ਰੋਗਰਾਮ ਵਿਚਾਰ ਚਰਚਾ। ਤਦ ਤੱਕ ਲਈ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।